Sikh24.com ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਪਵਲਪ੍ਰੀਤ ਸਿੰਘ ਤੁਹਾਡੇ ਨਾਲ ਬਟਾਲੇ ਤੋਂ ਜੁੜ ਚੁੱਕਾ। ਮਾਝੇ ਦਾ ਇਹ ਸ਼ਹਿਰ ਬਟਾਲਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਆ। ਇਸ ਧਰਤੀ ਦੇ ਉੱਤੋਂ ਜਿਹੜੇ ਸਿੱਖ ਵਿਚਾਰਵਾਨ ਦੇ ਨਾਲ ਮੈਂ ਇਸ ਵੇਲੇ ਬੈਠਾ ਹੋਇਆ, ਉਹ ਕਿੱਤੇ ਵਜੋਂ ਸਿੱਖ ਵਕੀਲ ਨੇ ਅਤੇ ਨਾਲ ਦੀ ਨਾਲ ਸਿੱਖ ਧਰਮ ਦੇ ਉੱਤੇ ਕਿਤਾਬਾਂ ਪੜ੍ਹਨ ਦੀ ਰੁਚੀ ਰੱਖਦੇ ਆ ਅਤੇ ਵੱਖ-ਵੱਖ ਸਮਿਆਂ ਦੇ ਉੱਤੇ ਆਪਣੇ ਵਿਚਾਰ ਜਿਹੜੇ ਨੇ ਸੋਸ਼ਲ ਮਾਧਿਅਮ ਜਾਂ ਵੱਖ-ਵੱਖ ਪਲੇਟਫਾਰਮਾਂ ਦੇ ਰਾਹੀਂ ਉਹ ਸਾਡੇ ਤੱਕ ਰੱਖਦੇ ਰਹਿੰਦੇ ਆ। ਅੱਜ ਦੀ ਇਹ ਗੱਲਬਾਤ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 9ਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਜਿਹੜਾ 400 ਸਾਲਾਂ ਦੇ ਰੂਪ ਦੇ ਵਿੱਚ ਆ ਰਿਹਾ, ਉਸ ਸੰਬੰਧੀ ਗੱਲ ਕਰਨੀ ਆ। ਮਹਾਰਾਜ ਦੀਆਂ ਸਿੱਖਿਆਵਾਂ ਬਾਰੇ, ਉਹਨਾਂ ਦੇ ਉਪਦੇਸ਼ਾਂ ਬਾਰੇ, ਮਹਾਰਾਜ ਦੀ ਸ਼ਹਾਦਤ ਬਾਰੇ ਅਤੇ ਉਹਨਾਂ ਦੀ ਸ਼ਹਾਦਤ ਨੂੰ ਕਿਹੜੇ ਵੱਖ-ਵੱਖ ਪ੍ਰਸੰਗਾਂ 'ਚ ਵੇਖਿਆ ਜਾਂਦਾ, ਸਾਰੀ ਗੱਲਬਾਤ ਕਰਨੀ ਆ। ਸਾਂਝੇ ਰੂਪ ਦੇ ਵਿੱਚ ਮੈਂ ਸਰਦਾਰ ਸੁਖਬੀਰ ਸਿੰਘ ਪੰਨਵਾ ਹੋਣਾ ਨੂੰ ਗੱਲਬਾਤ ਦੇ ਵਿੱਚ ਸੱਦਾ ਦੇਣਾ। ਸਭ ਤੋਂ ਪਹਿਲਾਂ ਫਤਿਹ ਸਾਂਝ ਪਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੱਲਬਾਤ 'ਚ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਪਵਲਪ੍ਰੀਤ ਸਿੰਘ ਜੀ, ਤੁਸੀਂ ਸਾਨੂੰ ਸਮਾਂ ਦਿੱਤਾ, ਸਾਡੇ ਕੋਲ ਪਹੁੰਚੇ। ਤੁਹਾਡੀ 24 ਦੀ ਜਿਹੜੀ ਟੀਮ ਆ ਉਹਦਾ ਵੀ ਧੰਨਵਾਦ, ਸਾਰਿਆਂ ਦਾ ਸਵਾਗਤ। ਆਪਾਂ ਗੱਲ ਨੂੰ ਸ਼ੁਰੂ ਕਰੀਏ ਕਿ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਆ ਰਿਹਾ। ਮਹਾਰਾਜ ਦੇ ਆਗਮਨ ਦੇ ਰੂਪ ਦੇ ਵਿੱਚ ਬੇਸ਼ੱਕ ਅਸੀਂ ਉਹਨਾਂ ਦੇ ਪ੍ਰਕਾਸ਼ ਤੋਂ ਗੱਲ ਸ਼ੁਰੂ ਕਰ ਲਈਏ ਤਾਂ ਫਿਰ ਅੱਗੇ ਉਹਨਾਂ ਦੇ ਇਤਿਹਾਸ ਬਾਰੇ, ਮਹਾਰਾਜ ਦੇ ਉਪਦੇਸ਼ਾਂ ਵਾਲੇ ਪਾਸੇ ਜਾਣਾ। ਅਤੇ ਅਸੀਂ ਸੰਖੇਪ ਰੂਪ 'ਚ ਚਾਹੁੰਦੇ ਹਾਂ ਕਿ ਮਹਾਰਾਜ ਦੇ ਜਦੋਂ ਬਾਲ ਰੂਪ 'ਚ ਸਨ, ਫਿਰ ਜਿਵੇਂ ਕਿ ਉਹਨਾਂ 'ਤੇ ਬਖਸ਼ਿਸ਼ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਦੇ ਰੂਪ 'ਚ ਹੁੰਦੀ ਆ। ਸੋ ਸਾਨੂੰ ਇਤਿਹਾਸ ਦੀ ਸੰਖੇਪ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਤੁਸੀਂ 9ਵੇਂ ਪਾਤਸ਼ਾਹ ਬਾਰੇ ਜ਼ਰੂਰ ਰੱਖੋ। ਦੇਖੋ ਜੀ ਪਵਲਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਨੂੰ ਖੁਸ਼ੀ ਹੈ ਕਿ ਤੁਸੀਂ ਸਾਡੇ ਸ਼ਹਿਰ ਬਟਾਲਾ ਵਿੱਚ ਆਏ ਹੋ। ਅਤੇ ਸਭ ਤੋਂ ਮਾਣ ਵਾਲੀ ਗੱਲ ਇਹ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਸ਼ਹਿਰ ਵਿੱਚ ਚਰਨ ਪਾਏ ਨੇ ਜਦੋਂ ਇੱਥੇ ਉਹ ਬਾਬਾ ਗੁਰਦਿੱਤਾ ਜੀ ਦੇ ਵਿਆਹ 'ਤੇ ਪਹੁੰਚਦੇ ਨੇ। ਤਾਂ ਗੁਰੂ ਪਰਿਵਾਰ ਦੇ ਪੁੱਤਰ ਦਾ ਇੱਥੇ ਵਿਆਹ ਹੋਣ ਕਰਕੇ ਹੋਰ ਵੀ ਬਹੁਤ ਸ਼ਖਸੀਅਤਾਂ ਉਸ ਵੇਲੇ ਆਈਆਂ, ਇਤਿਹਾਸ ਕਹਿੰਦਾ, ਅਤੇ ਆਈਆਂ ਵੀ ਹੋਣਗੀਆਂ ਬਰਾਤ ਦੇ ਰੂਪ 'ਚ। ਇਸ ਕਰਕੇ ਅਸੀਂ ਬੜੇ ਵਡਭਾਗੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਦਾ 400 ਸ਼ਤਾਬਦੀ ਮਨਾਉਣ ਦਾ, ਦੇਖਣ ਦਾ ਵੀ ਸਾਨੂੰ ਮੌਕਾ ਮਿਲਿਆ। ਇਸ ਤੋਂ ਪਹਿਲਾਂ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸਾਡੀ ਪੀੜ੍ਹੀ ਨੂੰ, ਖਾਸ ਕਰਕੇ ਅਸੀਂ 99 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਸ਼ਤਾਬਦੀਆਂ ਦੇਖਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ। ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਪ੍ਰਕਾਸ਼ ਹੈ, ਉਹਦੀ ਸ਼ਤਾਬਦੀ, ਅਤੇ ਉਸ ਸ਼ਤਾਬਦੀ ਦੇ ਸਮੇਂ ਅਸੀਂ ਜਿਹੜੇ ਸਾਰੇ ਵਡਭਾਗੇ ਮਿਲ ਬੈਠ ਕੇ ਉਹਨੂੰ ਮਨਾਉਣ ਵਾਸਤੇ ਤਤਪਰ ਹਾਂ। ਤਾਂ ਸਾਨੂੰ ਇਹ ਦੇਖਣਾ ਅੱਜ ਦੇ ਸਮੇਂ ਬਹੁਤ ਜ਼ਰੂਰੀ ਆ ਕਿ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਜੀਵਨ ਰਾਹੀਂ, ਗੁਰਬਾਣੀ ਰਾਹੀਂ ਸਾਨੂੰ ਸਾਰਿਆਂ ਨੂੰ ਕੀ ਉਪਦੇਸ਼ ਦਿੱਤਾ, ਅਤੇ ਕੀ ਅਸੀਂ ਅੱਜ ਉਸ ਉਪਦੇਸ਼ ਨੂੰ ਜਾਂ ਉਹਨਾਂ ਦੇ ਜੀਵਨ ਤੋਂ ਸੇਧਾਂ ਨੂੰ ਲੈ ਕੇ ਸਹੀ ਰਸਤੇ ਚੱਲਦੇ ਪਏ। ਗੁਰੂ ਸਾਹਿਬ ਜੀ ਨੂੰ ਜਦੋਂ ਯਾਦ ਕੀਤਾ ਜਾਂਦਾ ਤਾਂ ਸ਼ਹਾਦਤ ਦਾ ਪ੍ਰਸੰਗ ਬੜਾ ਉਚੇਚੇ ਤੌਰ 'ਤੇ ਆਪਾਂ ਯਾਦ ਕਰਦੇ ਹਾਂ। ਸਾਡੀਆਂ ਯਾਦਾਂ ਦੇ ਵਿੱਚ ਉਹ ਪ੍ਰਸੰਗ ਵਸਿਆ ਹੋਇਆ। ਮਹਾਰਾਜ ਦੀ ਸ਼ਹਾਦਤ ਦਿੱਲੀ 'ਚ ਹੁੰਦੀ ਆ। ਮਹਾਰਾਜ ਦਾ ਸੀਸ ਜਿਹੜਾ ਧੜ ਨਾਲੋਂ ਵੱਖ ਕੀਤਾ ਜਾਂਦਾ। ਸੋ ਇਤਿਹਾਸ ਜਿਹੜਾ ਇੱਕ ਨਵਾਂ ਮੋੜ ਲੈਂਦਾ ਅਤੇ ਮਹਾਰਾਜ ਦੀ ਜਿਹੜੀ ਸ਼ਹਾਦਤ ਆ ਉਸ ਨੂੰ ਕਿਸੇ ਵੇਲੇ, ਜਾਂ ਕਹਿ ਲਓ ਜਿਹੜੇ ਸਾਡੇ ਹਿੱਸੇ ਅਵੇਅਰ ਨਹੀਂ ਗਏ, ਜਾਂ ਕਿਸੇ ਟਾਈਮ ਕਿਸੇ ਸਾਜ਼ਿਸ਼ ਦੇ ਤਹਿਤ ਵੀ ਮਹਾਰਾਜ ਨੂੰ ਜਿਹੜਾ ਹਿੰਦ ਦੀ ਚਾਦਰ ਪ੍ਰਚਾਰਿਆ ਜਾਂਦਾ। ਤੁਹਾਡਾ ਉਸ ਬਾਰੇ ਕੀ ਵਿਚਾਰ ਆ ਕਿ ਮਹਾਰਾਜ ਨੂੰ ਕੀ ਤੁਸੀਂ ਹਿੰਦ ਦੀ ਚਾਦਰ ਮੰਨਦੇ ਹੋ, ਜਾਂ ਕਿਹੜੇ ਲਫ਼ਜ਼ਾਂ 'ਚ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਮੰਨਦੇ ਹੋ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਆ ਕਿ ਜਿਸ ਪਾਤਸ਼ਾਹ ਦੀ ਗੱਲ ਅਸੀਂ ਕਰ ਰਹੇ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਸ਼ਖਸੀਅਤ ਆ, ਜਿਹੜਾ ਉਹਨਾਂ ਦਾ ਜੀਵਨ ਦਾ ਪਾਇਆ ਹੋਇਆ ਵਡਮੁੱਲਾ ਯੋਗਦਾਨ ਆ ਸਾਡੇ ਸਮਾਜ ਲਈ। ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਤਰਾਸਦੀ ਇਸ ਵੇਲੇ ਸਾਡੇ ਸਮਾਜ ਦੀ ਹੈ, ਸਾਡੇ ਧਾਰਮਿਕ ਖੇਤਰ ਦੇ ਵਿੱਚ ਖਾਸ ਕਰਕੇ ਸੈਕੂਲਰਿਜ਼ਮ ਨੂੰ ਅੱਜ ਬੜੀ ਵੱਡੀ ਸੱਟ ਵੱਜ ਰਹੀ। ਤਾਂ ਜਿਹੜਾ ਤੁਹਾਡਾ ਸਵਾਲ ਹੈ ਹਿੰਦ ਦੀ ਚਾਦਰ ਵਾਲਾ, ਦੇਖੋ ਜਦੋਂ ਅਸੀਂ ਕਿਸੇ ਬ੍ਰਹਮੰਡੀ ਸ਼ਖਸੀਅਤ ਨੂੰ, ਕਿਸੇ ਅਨਾਦੀ ਸ਼ਖਸੀਅਤ ਨੂੰ, ਕਿਸੇ ਉਸ ਪੈਗੰਬਰ ਨੂੰ, ਉਸ ਰਹਿਬਰ ਨੂੰ ਜਿਹਨੇ ਸਾਰੇ ਵਿਸ਼ਵ ਵਿਆਪੀ ਤੌਰ 'ਤੇ, ਬ੍ਰਹਮੰਡੀ ਤੌਰ 'ਤੇ ਲੋਕਾਂ ਨੂੰ ਇੱਕ ਜਾਗਰੂਕ ਕਰਨ ਵਾਸਤੇ ਸ਼ਹਾਦਤ ਦਿੱਤੀ ਹੋਵੇ, ਆਪਣੇ ਸਰੀਰ ਦਾ ਠੀਕਰਾ ਉਹਨਾਂ ਸਿਰ ਭੰਨਿਆ ਹੋਵੇ, ਜਿਹੜੇ ਲੋਕ ਉਸ ਵੇਲੇ ਸੁੰਨੀ ਸਲਤਨਤ ਪੈਦਾ ਕਰਨ ਦੇ ਸੁਪਨੇ ਲੈ ਰਹੇ ਹੋਣ, ਤਾਂ ਉਹਨੂੰ ਸਿਰਫ ਹਿੰਦ ਦੀ ਚਾਦਰ ਕਹਿਣਾ ਉਹਨਾਂ ਦੀ ਸ਼ਖਸੀਅਤ ਨੂੰ, ਉਹਨਾਂ ਦੇ ਜ਼ਿੰਦਗੀ ਦੇ ਦੇਣ ਨੂੰ, ਉਹਨਾਂ ਦੇ ਇਸ ਵੱਡੀ ਜਿਹੜੀ ਸ਼ਹਾਦਤ ਨੂੰ ਘਟਾ ਕੇ ਦੇਖਣ ਵਾਲੀ ਗੱਲ ਆ।
ਜਦੋਂ ਅਸੀਂ ਗੱਲ ਕਰਾਂਗੇ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਹਾਂਗੇ, ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਜੇ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਕੋਲੇ ਕਸ਼ਮੀਰੀ ਪੰਡਤਾਂ ਤੋਂ ਇਲਾਵਾ ਕੋਈ ਹੋਰ ਮਜਲੂਮ ਆਉਂਦਾ ਤਾਂ ਕੀ ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਜਵਾਬ ਦੇ ਦਿੰਦੇ? ਇਸ ਤਰ੍ਹਾਂ ਨਾ ਹੁੰਦਾ, ਕਿਉਂਕਿ ਉਹਨਾਂ ਦੀ ਬਾਣੀ, ਜੋ ਉਹਨਾਂ ਨੇ ਕਿਹਾ, ਜੋ ਉਹਨਾਂ ਨੇ ਗੁਰਬਾਣੀ 'ਚ ਉਪਦੇਸ਼ ਕੀਤਾ, ਉਹਨੂੰ ਕਮਾਇਆ। ਤਾਂ ਜਿਹੜੀ ਗੱਲ ਸਾਰਿਆਂ ਵਿੱਚ ਸਮਾਨਤਾ ਦੇਖਣ ਦੀ ਗੱਲ ਆ, ਜਿੱਥੇ ਉਹਨਾਂ ਨੇ ਮਿੱਟੀ ਨੂੰ ਸੋਨਾ ਅਤੇ ਸੋਨੇ ਨੂੰ ਮਿੱਟੀ ਦੇਖਣ ਦੀ ਗੱਲ ਕੀਤੀ, ਕੰਚਨ ਲੋਹ ਸਮਾਨ, ਤਾਂ ਉਹ ਜਿਹੜਾ ਸੋਨਾ ਵਾ ਉਹਨੂੰ ਲੋਹਾ ਕਰਕੇ ਵੇਖਣਾ, ਤਾਂ ਉੱਥੇ ਗੁਰੂ ਸਾਹਿਬ ਵੱਲੋਂ ਤਾਂ ਇਹ ਦੂਜ ਵਾਲੀ ਗੱਲ ਆ ਹੀ ਨਹੀਂ ਸਕਦੀ। ਉਹ ਬੜੀ ਸਪਸ਼ਟ ਚੀਜ਼ ਆ ਕਿ ਹਿੰਦ ਦੀ ਚਾਦਰ ਉਹ ਲੋਕ ਕਹਿੰਦੇ ਨੇ ਜਿਹੜੇ ਲੋਕ ਗੁਰੂ ਤੇਗ ਬਹਾਦਰ ਜੀ ਨੂੰ, ਉਹਨਾਂ ਦੀ ਸ਼ਖਸੀਅਤ ਨੂੰ ਘਟਾ ਕੇ ਦੇਖਣਾ ਚਾਹੁੰਦੇ ਆ। ਉਹਨਾਂ ਦਾ ਇੱਕ ਵਿਸ਼ਵ ਵਿਆਪੀ ਇਹ ਸੁਨੇਹਾ ਸੀਗਾ, ਸਾਨੂੰ ਇਹ ਗੱਲਾਂ ਕਰਨੀਆਂ ਸ਼ੋਭਨੀਕ ਨਹੀਂ ਹੈਗੀਆਂ ਕਿ ਅਸੀਂ ਇੰਨੇ ਵੱਡੀ ਸ਼ਖਸੀਅਤ ਨੂੰ ਛੋਟਾ ਕਰਕੇ ਦਿਖਾਈਏ। ਹਿੰਦੀ ਚਾਦਰ ਕਹਿ ਕੇ ਅਸੀਂ ਉਹਨਾਂ ਦੇ ਜਿਹੜੇ ਦੇਣ ਆ ਉਹਨੂੰ ਘਟਾ ਕੇ ਦੇਖਦੇ ਹਾਂ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ। ਉਹ ਸਮਾਜ ਲਈ ਦੇਣ ਸੀਗੀ, ਸਮੁੱਚੇ ਬ੍ਰਹਿਮੰਡ ਲਈ ਇੱਕ ਮੈਸੇਜ ਸੀਗਾ, ਸਮੁੱਚੇ ਵਿਸ਼ਵ ਲਈ ਇੱਕ ਮੈਸੇਜ ਸੀਗਾ ਕਿ ਕਿਸੇ ਵੀ ਤਰ੍ਹਾਂ ਦੀ, ਜੇ ਕਿਸੇ ਤਰ੍ਹਾਂ ਦੀ ਧਾਰਮਿਕ ਕੱਟੜਤਾ ਕਰਨਗੇ, ਕੋਈ ਧੱਕੇਸ਼ਾਹੀ ਹੋਏਗੀ, ਉਹ ਕੋਈ ਵੀ ਕਰ ਸਕਦਾ। ਗੁਰੂ ਅਰਜਨ ਦੇਵ ਜੀ ਨੇ ਜਦੋਂ ਸ਼ਹਾਦਤ ਦਿੱਤੀ ਆ ਤਾਂ ਉਹਨਾਂ 'ਤੇ ਦੋਸ਼ ਲੱਗਿਆ ਕਿ ਖੁਸਰੋ ਨੂੰ ਪਨਾਹ ਦਿੱਤੀ, ਤਾਂ ਉੱਥੇ ਤਾਂ ਕੋਈ ਹਿੰਦੀ ਚਾਦਰ ਵਾਲੀ ਗੱਲ ਨਹੀਂ ਸੀਗੀ, ਉੱਥੇ ਮੁਸਲਮਾਨ ਮੁਸੀਬਤ ਸੀਗਾ। ਗੁਰੂ ਸਾਹਿਬ ਨੇ ਬਹੁਤ ਸਾਡੇ ਕੋਲ ਉਦਾਹਰਨਾਂ ਮਿਲਦੀਆਂ ਇਤਿਹਾਸ ਵਿੱਚ ਵੀ ਜਿੱਥੇ ਗੱਲ ਆਈ ਏ, ਜਿੱਥੇ ਵੀ ਜ਼ੁਲਮ ਦੇ ਖਿਲਾਫ ਲੜਨ ਦੀ ਗੱਲ ਆਈ ਹੈ, ਉੱਥੇ ਧਰਮ ਨਹੀਂ ਦੇਖਿਆ ਗਿਆ, ਉੱਥੇ ਮਨੁੱਖਤਾ ਦੇਖੀ ਗਈ ਆ, ਮਨੁੱਖਤਾ ਦੀ ਸਮਾਨਤਾ ਦੇਖੀ ਗਈ ਆ, ਉਹਨਾਂ ਦੇ ਅਧਿਕਾਰਾਂ ਦੀ ਗੱਲ, ਹੱਕਾਂ ਦੀ ਗੱਲ ਕੀਤੀ ਗਈ ਆ, ਨਾ ਕਿ ਕਿਸੇ ਇੱਕ ਵੱਖਰੇ ਧਰਮ ਵਾਸਤੇ ਲੜਾਈ ਲੜੀ ਗਈ। 17ਵੀਂ ਸਦੀ ਦਾ ਉਹ ਸਮਾਂ ਜਦੋਂ 1675 ਦੇ ਵਿੱਚ ਨਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਤਾਂ ਔਰੰਗਜ਼ੇਬ ਦੇ ਰੂਪ ਦੇ ਵਿੱਚ ਇਸਲਾਮਿਕ ਕੱਟੜਵਾਦ ਬਹੁਤ ਜ਼ਿਆਦਾ ਫੈਲ ਰਿਹਾ ਸੀ। ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਘੱਟ ਗਿਣਤੀਆਂ ਭਾਰਤ ਵਿੱਚ ਮਹਿਸੂਸ ਕਰਦੀਆਂ ਕਿ ਅੱਜ ਦੇ ਸਮੇਂ 'ਤੇ ਹਿੰਦੂਤਵੀ ਫਾਸ਼ੀਵਾਦ ਜਿਹੜਾ ਉਹਦਾ ਇੱਕ ਜ਼ਾਹਰ ਰੂਪ ਜਿਹੜਾ ਵੱਧਦਾ ਦਿਸ ਰਿਹਾ, ਚਾਹੇ ਕਿ ਉਹਨਾਂ ਲੋਕਾਂ ਕੋਲ ਇਸ ਵੇਲੇ ਰਾਜ ਸੱਤਾ ਵਾ, ਤਾਂ ਜਿਹਦੇ ਕੋਲ ਤਾਕਤ ਹੁੰਦੀ ਆ ਤਾਂ ਉਹਦੇ ਕੋਲ ਸਾਰੇ ਤੌਰ ਤਰੀਕੇ ਵੀ ਹੁੰਦੇ ਆ। ਜੇ ਮੌਕੇ ਦਾ ਹਾਕਮ ਇਨਸਾਫ ਪਸੰਦ ਖੁਦ ਹੋਵੇ ਤਾਂ ਉਹ ਸਾਰਿਆਂ ਨਾਲ ਨਿਆਂ ਕਰਦਾ। ਅੱਜ ਦੇ ਸਮੇਂ ਦੇ ਵਿੱਚ, ਜਾਂ ਆਪਾਂ ਪਿੱਛੇ ਗੱਲ ਕਰੀਏ ਮਹਾਰਾਜ ਦੀ ਸ਼ਹਾਦਤ ਦੀ, ਤੇ ਅਜੋਕੇ ਸਮੇਂ ਨੂੰ ਪਹਿਲੇ ਸਮੇਂ ਦੇ ਪਰਛਾਵੇਂ 'ਚ ਕਿਵੇਂ ਵੇਖਦੇ ਹੋ? ਦੇਖੋ ਜੀ, ਮੈਂ ਅੱਗੇ ਵੀ ਬੇਨਤੀ ਕਰ ਹਟਿਆ, ਤੁਹਾਡਾ ਸਵਾਲ ਜਿਹੜਾ ਉਹ ਦਰਸਾ ਰਿਹਾ ਕਿ ਜੋ ਅੱਜ ਜੇ ਅਸੀਂ ਸੰਸਾਰ ਦੀ ਗੱਲ ਨਾ ਕਰੀਏ ਤਾਂ ਘੱਟੋ ਘੱਟ ਜਿਹੜੇ ਭਾਰਤ ਦੇ ਲੋਕ ਨੇ, ਜਿਸ ਖਿੱਤੇ ਵਿੱਚ ਅਸੀਂ ਰਹਿ ਰਹੇ ਹਾਂ, ਇਸ ਖਿੱਤੇ ਦੇ ਲੋਕ ਇੱਕ ਧਰਮ ਤੋਂ ਸਿਵਾਏ ਸਾਰੇ ਆਵਾਜ਼ਾਰ ਨੇ। ਜਿਸ ਤਰ੍ਹਾਂ ਗੱਲ ਜਿਸ ਦਿਨ ਹੋਈ ਸੀਗੀ ਸੁੰਨੀ ਸਲਤਨਤ ਪੈਦਾ ਕਰਨ ਦੀ, ਇੰਦੂ ਭੂਸ਼ਣ ਬੈਨਰਜੀ ਲਿਖਦੇ ਆਪਣੀ ਕਿਤਾਬ 'ਚ ਕਿ ਜਿਹੜੀ ਔਰੰਗਜ਼ੇਬ ਦੀ ਨੀਤੀ ਸੀਗੀ ਉਹ ਸੀਗੀ ਸੁੰਨੀ ਸਲਤਨਤ ਪੈਦਾ ਕਰਨ ਦੀ। ਤਾਂ ਉਹਦੇ ਹੁਕਮ ਸੀਗੇ ਕਿ ਜਿਹੜੇ ਬ੍ਰਾਹਮਣ ਨੇ ਪਹਿਲਾਂ ਉਹਨਾਂ ਨੂੰ ਮਾਰੋ, ਪੰਡਤਾਂ ਨੂੰ ਮਾਰੋ, ਸਿਆਣੇ ਨੇ, ਬਾਕੀ ਹਿੰਦੂ ਆਪੇ ਪਿੱਛੇ ਆ ਜਾਣੇ ਨੇ। ਸਵਾਲ ਹੁੰਦਾ ਹੈ ਕਿ ਜਦੋਂ ਰਹਿਬਰਾਂ ਨੂੰ ਮਾਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਉਸ ਤਰ੍ਹਾਂ ਦੀ ਗੱਲ ਅੱਜ ਸਾਡੇ ਸਾਹਮਣੇ ਆਈ, ਅੱਜ ਵੀ ਸਾਨੂੰ ਸੁਣਨ ਨੂੰ ਮਿਲ ਰਿਹਾ। ਆਲੇ ਦੁਆਲੇ ਫਿਜ਼ਾ 'ਚ ਇਹ ਆਵਾਜ਼ਾਂ ਨੇ ਕਿ ਹਿੰਦੂ ਰਾਸ਼ਟਰ ਜਿਹੜਾ ਉਹ ਅਸੀਂ ਇਸਟੈਬਲਿਸ਼ ਕਰਨਾ। ਦੇਖੋ, ਗੱਲ ਇਹ ਆ ਕਿ ਕਿੱਥੋਂ ਗੱਲ ਚੱਲੀ। ਸਦੀਆਂ ਪਹਿਲਾਂ ਅਸੀਂ ਕਿਸੇ ਦਾ ਜ਼ਬਰ ਸਹਿਆ। ਮੈਂ ਗੱਲ ਕਰਦਾ ਹੁੰਦਾ ਹੈ ਕਿ ਜਦੋਂ ਨਾਲੰਦਾ ਯੂਨੀਵਰਸਿਟੀ ਨੂੰ ਇੱਕ ਆ ਕੇ ਰਾਜਾ ਸਾੜ ਦਿੰਦਾ ਹੈ ਤਾਂ ਉਸ ਵੇਲੇ ਉੱਥੋਂ ਦੇ ਜਿਹੜੇ ਵਿਦਿਆਰਥੀ ਅਤੇ ਜਿਹੜਾ ਟੋਟਲ ਸਟਾਫ ਸੀਗਾ ਉਹਨਾਂ ਦੀ ਗਿਣਤੀ 7000 ਤੋਂ ਉੱਪਰ ਸੀਗੀ। ਤਾਂ ਜਿਹੜੇ ਹਮਲਾਵਰ ਸੀਗੇ, ਇਤਿਹਾਸ ਦੱਸਦਾ, ਉਹ 3500 ਸੀਗੇ। ਅਸੀਂ ਗੋਡੇ ਟੇਕੇ, ਉਹਨਾਂ ਕੋਲ ਕੋਈ ਤੋਪਾਂ ਵੀ ਨਹੀਂ ਸੀਗੀਆਂ ਉਸ ਵੇਲੇ, 800 ਸਾਲ ਪਹਿਲਾਂ ਦੀਆਂ ਗੱਲਾਂ ਨੇ, ਨਾ ਉਹਨਾਂ ਕੋਲ ਕੋਈ ਰਾਈਫਲਾਂ ਸੀਗੀਆਂ। ਹੱਥਾਂ ਦੇ ਹਥਿਆਰਾਂ ਨਾਲ ਆ ਕੇ ਉਹਨਾਂ ਨੇ ਧੂ ਧੂ ਕਰਦੀ ਸਾਡੀ ਲਾਇਬ੍ਰੇਰੀ ਸਾਰੀ ਸਾੜਤੀ। ਜਿਹੜੀ 3 ਮਹੀਨੇ ਯੂਨੀਵਰਸਿਟੀ ਦੀ ਲਾਇਬ੍ਰੇਰੀ ਸੜਦੀ ਰਹੀ ਅਤੇ ਕਿਸੇ ਦੀ ਹਿੰਮਤ ਨਾ ਪਈ ਵੀ ਅੱਗੇ ਹੋ ਕੇ ਖੜਦਾ। ਅਤੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਉਹ ਗੱਲ ਸਮਝਾ ਦਿੱਤੀ ਵੀ ਖੜਨਾ ਕਿਵੇਂ। ਅਸੀਂ ਖੜ੍ਹੇ। ਅੱਜ ਉਹਨਾਂ ਚੀਜ਼ਾਂ ਦੇ ਬਦਲੇ ਜਦੋਂ ਸਾਡਾ ਲੜਨ ਖੜਨ ਦਾ ਟਾਈਮ ਸੀਗਾ, ਜਦੋਂ ਰਾਜੇ ਦਾ ਰਾਜ ਸੀਗਾ, ਉਦੋਂ ਸੀ ਮਾਈਟ ਇਜ਼ ਰਾਈਟ। ਜਿਹਦਾ ਜ਼ੋਰ ਸੀਗਾ ਉਹ ਧੱਕ ਕੇ ਕੰਧਾਂ ਆਪਣੇ ਹਿਸਾਬ ਨਾਲ ਕਰ ਲੈਂਦਾ ਸੀਗਾ। ਅੱਜ ਅਸੀਂ ਡੈਮੋਕ੍ਰੇਸੀ ਲਈ ਫਿਰਦੇ ਹਾਂ, ਇੱਕ ਪਾਸੇ ਸੰਵਿਧਾਨ ਦੀਆਂ ਗੱਲਾਂ ਕਰਦੇ ਹਾਂ। ਅਸੀਂ ਸਭ ਤੋਂ ਵੱਡੀ ਡੈਮੋਕ੍ਰੇਸੀ ਦੱਸਦੇ ਦੁਨੀਆ ਦੀ ਸਾਡੀ। ਤਾਂ ਡੈਮੋਕ੍ਰੇਸੀ 'ਚ ਹੋ ਕੀ ਰਿਹਾ ਕਿ ਇੱਕ ਪਾਰਲੀਮੈਂਟ ਦੀ ਇਮਾਰਤ ਬਣਾਉਣ ਵਾਸਤੇ ਜਦੋਂ ਉਹਦਾ ਸ਼ੁਭ ਆਰੰਭ ਕੀਤਾ ਜਾਂਦਾ ਤਾਂ ਉਹਦੇ ਵਿੱਚ ਸਿਰਫ ਮੰਤਰ
ਇੱਕ ਧਰਮ ਦੀਆਂ ਰਹੁ ਰੀਤਾਂ ਅਨੁਸਾਰ ਹੀ ਪੜ੍ਹੇ ਜਾਂਦੇ ਆ। ਅਤੇ ਕੀ ਇਹ ਸੈਕੂਲਰਿਜ਼ਮ ਹੈ? ਕਿਹੜਾ ਭਾਰਤ ਦਾ ਵਿਦਵਾਨ, ਕਿਹੜਾ ਭਾਰਤ ਦਾ ਸਮਝਦਾਰ ਕ੍ਰਾਂਤੀਕਾਰੀ ਬੰਦਾ ਇਹ ਸੋਚ ਸਕਦਾ ਕਿ ਜੋ ਇਹ ਹੋ ਰਿਹਾ ਹੈ ਬਿਲਕੁਲ ਮਤਲਬ ਸੰਵਿਧਾਨ ਦੀਆਂ ਭਾਵਨਾ ਰਾਹੀਂ ਹੋ ਰਿਹਾ, ਜਾਂ ਸੰਵਿਧਾਨ ਜਾਂ ਡੈਮੋਕ੍ਰੇਸੀ ਦੇ ਅਨੁਸਾਰ ਹੋ ਰਿਹਾ, ਸੈਕੂਲਰਿਜ਼ਮ ਦੀ ਸੋਚ ਦੇ ਨਾਲ ਹੋ ਰਿਹਾ? ਸੈਕੂਲਰਿਜ਼ਮ ਨੂੰ ਬੜੀ ਵੱਡੀ ਸੱਟ ਵੱਜ ਰਹੀ ਆ। ਜਿਹੜੀ ਗੁਰੂ ਤੇਗ ਬਹਾਦਰ ਜੀ ਨੇ ਉਸ ਦਿਨ ਇਹ ਗੱਲ ਕੀਤੀ ਸੀਗੀ, ਉਹੀ ਗੱਲ ਅੱਜ ਫਿਰ ਉਹਨਾਂ ਹੀ ਭਾਵਨਾ ਨਾਲ, ਉਹਨਾਂ ਹੀ ਚਾਵਾਂ ਦੇ ਨਾਲ, ਜਿਵੇਂ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਚਾਲੇ ਪਾਏ ਸੀਗੇ, ਅੱਜ ਵੀ ਸਾਡੇ ਲੋਕ ਜਾ ਕੇ ਕਿਸਾਨੀ ਸੰਘਰਸ਼ 'ਚ ਬੈਠੇ ਨੇ ਉਹਨਾਂ ਸਿੱਖ ਭਾਵਨਾਵਾਂ ਨਾਲ। ਉਹ ਜੀਨਸ ਨੇ ਸਾਡੇ ਅੰਦਰ। ਉੱਥੇ ਜਦੋਂ ਮੈਂ ਪੱਪਲ ਜੀ ਤੁਹਾਨੂੰ ਦੱਸਾਂ ਕਿ ਦਿੱਲੀ ਗਿਆ, ਤਾਂ ਜਦੋਂ ਮੈਂ ਜਾ ਰਿਹਾ ਸੀਗਾ ਨਾ, ਨਵਾਂ ਸਾਲ ਚੜ੍ਹਨ ਵਾਲਾ ਸੀਗਾ, ਅਤੇ ਬੱਚਿਆਂ ਨਾਲ ਵਾਅਦਾ ਕੀਤਾ ਸੀ ਵੀ ਤੁਹਾਨੂੰ ਉੱਥੇ ਲੈ ਕੇ ਜਾਣਾ। ਜਦੋਂ ਮੈਂ ਗਿਆ ਤਾਂ ਰਸਤੇ 'ਚ ਲੈਫਟ ਸਾਈਡ ਜਦੋਂ ਇੱਧਰੋਂ ਜਾਂਦਿਆਂ ਮੈਂ ਦੇਖਿਆ ਤਾਂ ਇੱਕ ਬੜਾ ਵੱਡਾ ਬੋਰਡ ਲੱਗਿਆ, ਘੱਟੋ ਘੱਟ 20x20 ਦਾ ਹੋਏਗਾ, ਜਿੱਥੇ ਮਤਲਬ ਇਹ ਲਿਖਿਆ ਸੀ ਬੜ ਖਾਲਸਾ, ਬੜਾ ਵੱਡਾ। ਹਨੇਰੇ 'ਚ ਮੇਰੀ ਝਾਤੀ ਪਈ, ਸਮਾਂ ਨਹੀਂ ਸੀਗਾ ਕਿਉਂਕਿ ਉੱਥੇ ਜਾਮ ਬੜਾ ਹੁੰਦਾ ਜਾਣ ਲੱਗਿਆ। ਮੈਂ ਦੇਖਿਆ ਬੜ ਖਾਲਸਾ ਲਿਖਿਆ ਹੋਇਆ, ਮੇਰਾ ਮੱਥਾ ਠਣਕਿਆ। ਮੈਂ ਆਣ ਕੇ ਉਹਦੇ ਬਾਰੇ ਮੱਥਾ ਮਾਰਿਆ, ਪਤਾ ਲੱਗਿਆ ਵੀ ਇਹ ਤਾਂ ਸਾਡਾ ਇਤਿਹਾਸ ਹੈ। ਗੁਰੂ ਸਾਹਿਬ ਦਾ ਜਦੋਂ ਸੀਸ ਧੜ ਨੂੰ ਅਲੱਗ ਕੀਤਾ ਸੀਗਾ ਔਰੰਗਜ਼ੇਬ ਨੇ, ਤਾਂ ਉਸ ਵੇਲੇ ਉਹ ਸੀਸ ਉੱਥੇ ਲਿਆ ਕੇ ਛਪਾਇਆ ਗਿਆ ਸੀਗਾ ਉਸ ਪਿੰਡ ਵਿੱਚ ਜਾ ਕੇ ਸਾਡੇ ਲੋਕ ਬੈਠੇ ਨੇ। ਉਹ ਭਾਵਨਾਵਾਂ ਨੇ, ਉਹ ਸੋਚ ਨੇ। ਉਹ ਲੋਕ ਅੱਜ ਵੀ ਕਹਿੰਦੇ ਆ ਕਿ ਸਾਡੇ ਗੁਰੂ ਸਾਹਿਬ ਸੀਸ ਦੇ ਕੇ ਗਏ ਸੀਗੇ ਅਤੇ ਅਸੀਂ ਦੇ ਦਿਆਂਗੇ, ਫਿਰ ਕੀ ਹੋਊ? ਤਾਂ ਸਾਡਾ 400 ਬੰਦਾ ਮਰ ਗਿਆ, ਅਸੀਂ ਸੀ ਨਹੀਂ ਕੀਤੀ। ਤਾਂ ਫਿਰ ਅੱਜ ਵੀ ਉਹੀ ਗੱਲ ਆ, ਅੱਜ ਵੀ ਅਸੀਂ ਹਿੱਕਾਂ ਡਾ ਕੇ ਖੜ੍ਹੇ ਹਾਂ। ਜੇ ਸਾਨੂੰ ਗੁਰੂ ਨਾਨਕ ਸਾਹਿਬ ਨੇ ਸੋਚ ਦਿੱਤੀ ਸੀ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰਿਆਓ, ਇਹ ਤਾਂ ਮਾਰਗ ਪੈਰ ਧਰੀਜਾ, ਸਿਰ ਦੀਜਾ, ਕਾਣ ਨਾ ਕੀਜਾ। ਹੁਣ ਅਸੀਂ ਕਾਣ ਨਹੀਂ ਨਾ ਕਰਦੇ, ਅਸੀਂ ਤਾਂ ਖੜਾਂਗੇ, ਅਸੀਂ ਤਾਂ ਮਰਾਂਗੇ। ਸਾਡੇ ਤਾਂ ਜੀਣ ਨੇ, ਸਾਡੀ ਸੋਚ ਆ, ਇਹ ਬ੍ਰਹਮੰਡੀ ਆ। ਜਦੋਂ ਤੱਕ ਦੁਨੀਆ ਰਹੇਗੀ ਇਹ ਸੋਚ ਰਹਿਣੀ ਆ, ਇਹ ਖਤਮ ਨਹੀਂ ਹੋ ਸਕਦੀ। ਹੈਣ ਵਿਰਲੇ ਨਾ ਹੀ ਘਣੇ, ਵਿਰਲੇ ਰਹਾਂਗੇ, ਥੋੜ੍ਹੇ ਰਹਾਂਗੇ। ਗੁਰਬਾਣੀ ਸਾਨੂੰ ਸਮਝਾਉਂਦੀ ਆ, ਘਬਰਾਉਣ ਵਾਲੀ ਗੱਲ ਨਹੀਂ। ਪਰ ਇਹ ਸਾਡੇ ਵਾਸਤੇ ਕਿਤੇ ਨਾ ਕਿਤੇ ਸਾਡਾ ਸਮਾਜ ਜਿਹੜਾ ਵਾ, ਜਿਹਦੇ ਵਿੱਚ ਹੋਰ ਧਰਮਾਂ ਦੇ ਲੋਕ ਵੀ ਬੈਠੇ ਨੇ, ਉਹ ਕਿਤੇ ਨਾ ਕਿਤੇ ਖਦਸ਼ੇ 'ਚ ਨੇ, ਡਰ 'ਚ ਨੇ। ਉਹਨਾਂ ਦੇ ਅੰਦਰ ਇੱਕ ਭਾਵਨਾ ਪੈਦਾ ਹੋਈ ਆ ਕਿ ਸਿਰਫ ਇੱਕ ਧਰਮ ਨੂੰ ਪ੍ਰੋਟੈਕਟ ਕਰਕੇ ਬਾਕੀਆਂ ਨੂੰ ਖਤਮ ਕਰਨ ਵਾਲੀ ਸੋਚ ਜਿਹੜੀ ਪੈਦਾ ਕੀਤੀ ਜਾ ਰਹੀ ਹੈ। ਗੁਰੂ ਸਾਹਿਬ ਜੀ ਦੀ ਸ਼ਹਾਦਤ ਦੇ ਪ੍ਰਭਾਵ ਵੱਲ ਆਉਣਾ ਸੀ। ਤਕਰੀਬਨ ਤੁਸੀਂ ਉਹ ਗੱਲ ਆਪਣੇ ਤੌਰ 'ਤੇ ਕਹਿ ਹੀ ਚੁੱਕੇ ਹੋ। ਜੋ ਮੇਰਾ ਸਵਾਲ ਆਉਣਾ ਸੀ, ਸਰਦਾਰ ਸੁਖਬੀਰ ਸਿੰਘ ਹੁਣਾਂ ਨੇ ਉਹ ਉੱਤਰ ਦੇ ਹੀ ਚੁੱਕੇ ਨੇ। ਹੁਣ ਅਗਲੀ ਗੱਲ ਆ ਕਿ ਜਦੋਂ ਗੁਰੂ ਸਾਹਿਬ ਜੀ ਨੂੰ ਅਜੇ ਗੁਰਤਾ ਗੱਦੀ ਜਿਹੜੀ ਆ 9ਵੇਂ ਸਤਿਗੁਰੂ ਦੇ ਰੂਪ ਦੇ ਵਿੱਚ ਮਿਲਣੀ ਸੀ, ਤਾਂ ਉਸ ਤੋਂ ਪਹਿਲਾਂ ਉਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਸਨ। ਗੁਰੂ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜਦੋਂ ਜੋਤੀ ਜੋਤ ਸਮਾਉਣਾ ਕੀਤਾ ਨਾ, ਅਤੇ ਉਹਨਾਂ ਨੇ ਮੌਕੇ 'ਤੇ ਦਿੱਲੀ ਦਾ ਰਾਜਾ ਜਿਹੜਾ ਸੀ ਉਸ ਨੂੰ ਕਿਹਾ ਕਿ ਤੁਸੀਂ ਮੇਰਾ ਜਿਹੜਾ ਬੰਗਲਾ ਸਾਹਿਬ ਤੋਂ ਸਥਾਨ ਆ ਜਮਨਾ ਦੇ ਕੰਢੇ 'ਤੇ ਲਾ ਦਿਓ। ਉੱਥੇ ਤੰਬੂ ਲੱਗਿਆ ਅਤੇ ਸਿੱਖਾਂ ਨੇ ਪੁੱਛਿਆ, ਮਹਾਰਾਜ ਤੁਸੀਂ ਜਦੋਂ ਜੋਤੀ ਜੋਤ ਸਮਾਉਣ ਲੱਗੇ ਪਾਤਸ਼ਾਹ, ਤਾਂ ਜਿਹੜੇ ਬੜੇ ਧੀਰਜ ਦੇ ਵਿੱਚ ਮਹਾਰਾਜ ਨੇ 2 ਲਫ਼ਜ਼ ਕਹੇ, ਬਾਬਾ ਬਕਾਲੇ। ਸੋ ਇਹ ਜਿਹੜਾ ਬਾਬਾ ਬਕਾਲੇ ਦਾ ਪ੍ਰਸੰਗ ਆ, ਇਹ ਮੈਂ ਸਰਦਾਰ ਸੁਖਬੀਰ ਸਿੰਘ ਪੰਨਵਾਂ ਦੇ ਰਾਹੀਂ ਸੁਣਨਾ ਚਾਹੁੰਦਾ। ਅਤੇ ਇਹਦੇ ਨਾਲ ਹੀ ਜਿਹੜਾ ਸਿੱਖ ਅਤੇ ਗੁਰੂ ਦਾ ਮਿਲਾਪ ਆ, ਉਹ ਬਹੁਤ ਹੀ ਅਮੋਲਕ ਹੁੰਦਾ, ਉਹਨੂੰ ਲਫ਼ਜ਼ਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਜਿਹੜੇ ਗੁਰੂ ਦੇ ਸਿੱਖ ਨੇ, ਜਦੋਂ ਮੈਂ ਇਹ ਗੱਲ ਕਹਿ ਰਿਹਾ ਕਿ ਸਿੱਖ ਅਤੇ ਗੁਰੂ ਦਾ ਮਿਲਾਪ, ਉਹ ਇਸ ਨੂੰ ਸਮਝਦੇ ਆ। ਇਹਦੀ ਵਿਆਖਿਆ ਚਾਹੇ ਕੋਈ ਲੱਖ ਸ਼ਬਦਾਂ 'ਚ ਕਰਦਾ ਫਿਰੇ, ਪਰ ਇਹ ਹੋ ਨਹੀਂ ਸਕਦੀ। ਜਿਵੇਂ ਗੁਰੂ ਦੀ ਸਿਫਤ ਅੱਜ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ 100 ਐਪੀਸੋਡ ਵੀ ਕਰ ਲਈਏ ਤਾਂ ਉਹ ਕਰ ਨਹੀਂ ਸਕਦੇ, ਪਰ ਫਿਰ ਵੀ ਗੁਰੂ ਦਾ ਜਸ ਕਰਨਾ ਚਾਹੀਦਾ। ਹਰੇਕ ਜਿਹੜੀ ਸਾਡੀ ਜੇਬਾਂ 'ਚੋਂ ਜਿਹੜਾ ਵਾ ਗੁਰੂ ਦਾ ਨਾਮ ਆਉਣਾ ਚਾਹੀਦਾ। ਸੋ ਇੱਥੇ ਗੱਲ ਵਕੀਲ ਸਾਹਿਬ ਇਹ ਵੀ ਆ ਕਿ ਜਦੋਂ ਮਹਾਰਾਜ ਬੰਦਗੀ ਦੇ ਵਿੱਚ ਸਨ, ਬੰਦਗੀ 'ਚ ਤਾਂ ਸਤਿਗੁਰੂ ਸਦਾ ਨੇ, ਪਰ ਜਦੋਂ ਟਿਕ ਕੇ ਮਹਾਰਾਜ ਬਾਬਾ ਬਕਾਲਾ ਸਾਹਿਬ ਦੀ ਧਰਤ ਦੇ ਉੱਤੇ ਨਿਵਾਸ ਕਰ ਰਹੇ ਸਨ, ਤਾਂ ਉਸ ਵੇਲੇ ਬਾਰੇ ਵੀ ਕਈ ਤਰਕ ਸੰਗਤ ਰੂਪ ਦੇ ਵਿੱਚ ਭੋਰਾ ਸਾਹਿਬ ਬਾਰੇ ਵੀ ਸਵਾਲ ਉਠਾ ਦਿੰਦੇ ਆ। ਸੋ ਮੈਂ ਚਾਹੁੰਦਾ ਕਿ ਮਹਾਰਾਜ ਦਾ ਗੁਰੂ ਸਾਹਿਬ ਦੇ ਵਜੋਂ ਪ੍ਰਗਟ ਹੋਣਾ, 22 ਮੰਜੀਆਂ ਵੀ ਉਦੋਂ ਸੋਢੀਆਂ ਨੇ ਲਾ ਲਈਆਂ ਸਨ, ਧੀਰ ਮਲੀਆ ਵੀ ਆਣ ਬੈਠਾ ਸੀ, ਹੋਰ ਵੀ ਆਏ ਸਨ। ਸੋ ਉਸ ਵੇਲੇ ਦੀ ਗੱਲ ਜਿਹੜੀ ਆ ਪ੍ਰਸੰਗਕ ਲੜੀਵਾਰ ਰੂਪ 'ਚ ਸਾਨੂੰ ਕੁਛ ਤੁਸੀਂ ਦੱਸ ਦਿਓ ਕਿ ਮਹਾਰਾਜ ਦਾ ਪ੍ਰਗਟ ਹੋਣਾ, ਗੁਰੂ ਅਤੇ ਸਿੱਖ ਦਾ ਮਿਲਾਪ ਦੀ ਗੱਲ ਆ, ਜਾਂ ਭੋਰਾ ਸਾਹਿਬ ਦੇ ਬਾਰੇ ਜੋ ਤੁਹਾਡੀ ਸਮਝ ਆ, ਤੁਸੀਂ ਉਸ ਦੀ ਵਿਆਖਿਆ ਕਿੱਦਾਂ ਕਰਦੇ ਹੋ? ਦੇਖੋ ਜੀ, ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਸਿਧਾਂਤਕ ਤੌਰ 'ਤੇ ਕਈ ਵਾਰੀ ਇਹ ਸਵਾਲ ਪੈਦਾ ਹੁੰਦਾ ਹੈ ਕਿ ਸਿੱਖ ਧਰਮ ਵਿੱਚ ਦੁਨੀਆਦਾਰੀ ਨੂੰ ਛੱਡ ਕੇ ਭੋਰੇ ਵਿੱਚ ਬਹਿ ਕੇ ਜਾਂ ਜੰਗਲਾਂ ਵਿੱਚ ਜਾ ਕੇ ਯੋਗ ਨਹੀਂ ਹੁੰਦਾ, ਭਗਤੀ ਨਹੀਂ ਹੁੰਦੀ, ਦੁਨਿਆਵੀ ਕਾਰ ਨਹੀਂ ਹੁੰਦੀ, ਜਾਂ ਅਸੀਂ ਕਹਿ ਰਹੀਏ ਕਿ ਜੋ ਸਿੱਖੀ ਦਾ ਸਿਧਾਂਤ ਆ, ਸਿੱਖੀ ਦਾ ਗੁਰਮਤਿ ਗਾਡੀ ਰਾਹ ਆ, ਅਧਿਆਤਮਕ ਰਾਹ, ਉਹਦੀ ਪ੍ਰਾਪਤੀ ਇਸ ਤਰ੍ਹਾਂ ਨਹੀਂ ਹੁੰਦੀ।
ਜਿਸ ਦਾ ਭਾਵ ਕਿ ਤੁਸੀਂ ਗ੍ਰਸਤ ਨਹੀਂ ਤਿਆਗਣਾ ਹੁੰਦਾ। ਹਾਂ, ਗ੍ਰਸਤ ਨਹੀਂ ਤਿਆਗਣਾ, ਗ੍ਰਸਤ ਵਿੱਚ ਰਹਿਣਾ ਤੇ ਸਮਾਜ ਦੀ ਕਾਰਵਾਰ ਕਰਦਿਆਂ ਉਦਮ ਕਰਦਿਆਂ ਜਿਉ ਤੂੰ ਕਮਾਉਂਦਿਆਂ ਸੁਖ ਪਹੁੰਚ, ਧਿਆਇਦਿਆਂ ਤੂੰ ਹਰ ਮਿਲ ਨਾਨਕ ਉਤਰੀ ਚੰਦ। ਦੁਨਿਆਵੀ ਕਾਰ ਸੰਦਿਆਂ ਖਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ। ਹੁਣ ਸਵਾਲ ਇਹ ਵੀ ਕਈ ਵਾਰੀ ਅਸੀਂ ਨਾ ਸਾਡੀ ਪਹੁੰਚ ਨਹੀਂ ਉੱਥੋਂ ਤੱਕ ਹੁੰਦੀ। ਮੈਂ ਵੀ ਉਹਨਾਂ 'ਚ ਹੀ ਹਾਂ, ਆਪਾਂ ਸਾਰੇ ਉਹਨਾਂ 'ਚ ਹਾਂ, ਸਾਡੀ ਉਨੀ ਪ੍ਰਾਪਤੀ ਨਹੀਂ ਹੁੰਦੀ ਤੇ ਅਸੀਂ ਵੱਡੇ ਵਿਸ਼ਿਆਂ 'ਤੇ ਗੱਲ ਕਰਨ ਲੱਗ ਜਾਂਦੇ। ਜੋ ਮੈਂ ਮਹਿਸੂਸ ਕਰਦਾ, ਜੋ ਇਹ ਮੇਰਾ ਨਿੱਜੀ ਜਿਹੜਾ ਅਨੁਭਵ ਨਹੀਂ ਹੈਗਾ, ਮੈਂ ਜੋ ਇਤਿਹਾਸ 'ਚੋਂ ਪੜ੍ਹ ਕੇ ਮਹਿਸੂਸ ਕੀਤਾ ਇਹਨਾਂ ਘਟਨਾਵਾਂ ਨੂੰ, ਮੈਂ ਮਹਿਸੂਸ ਕਰਦਾ ਕਿ ਜਿਹੜਾ ਬਾਬੇ ਬਕਾਲੇ ਗੁਰੂ ਤੇਗ ਬਹਾਦਰ ਜੀ ਦੇ ਭੋਰੇ ਬਾਰੇ ਸਵਾਲ ਪੈਦਾ ਕੀਤੇ ਜਾਂਦੇ ਨੇ। ਇੱਕ ਸਵਾਲ ਤਾਂ ਉਸੇ ਬੰਦੇ ਨੇ ਕੀਤਾ ਜਿਹੜਾ ਆਪ ਏਸੀ ਭੋਰੇ 'ਚ ਰਹਿੰਦਾ। ਉਹ ਭੋਰੇ ਨੂੰ ਉਸ ਨਜ਼ਰੀਏ ਨਾਲ ਦੇਖਦੇ ਨੇ ਜਿਸ ਨਜ਼ਰੀਏ ਦੇ ਭੋਰੇ ਵਿੱਚ ਰਹਿ ਕੇ ਤੇ ਜਿਸ ਤਰ੍ਹਾਂ ਦੇ ਕੰਮ ਉਹ ਖੁਦ ਕਰਦੇ ਨੇ, ਉਹ ਉਹਨੂੰ ਕੰਪੇਅਰ ਕਰਦੇ ਆ ਗੁਰੂ ਸਾਹਿਬ ਦੇ ਭੋਰੇ ਨਾਲ। ਗੁਰੂ ਸਾਹਿਬ ਨੇ ਭੱਟਵਈਆਂ ਨੂੰ ਪੜ੍ਹੀਏ ਤੇ ਗੁਰੂ ਸਾਹਿਬ ਨੇ ਉਸ ਵੇਲੇ ਵੀ ਜਿਹੜਾ ਪ੍ਰਚਾਰ ਆ ਉਹ ਨਾਲ ਦੀ ਨਾਲ ਕੀਤਾ। ਜਦੋਂ ਗੱਲ ਆਉਂਦੀ ਏ ਕਿ ਉਹਨਾਂ ਨੇ 14 ਸਾਲ ਦੀ ਆਰਜੂ ਦੇ ਵਿੱਚ ਯੁੱਧ ਲੜਿਆ, ਜੰਗ ਲੜੀ ਕਰਤਾਰਪੁਰ ਦੀ, ਜ਼ੋਰ ਦਿਖਾਏ, ਤੇਗਮਲ ਤੋਂ ਤੇਗ ਬਹਾਦਰ ਬਣੇ, ਤੇਗ ਦੇ ਧਨੀ। ਸਾਹਿਬ ਨੂੰ ਭੋਰੇ ਨਾਲ ਜੋੜ ਕੇ ਕਿਵੇਂ ਦੇਖ ਸਕਦੇ ਹੋ? ਹੁਣ ਸਵਾਲ ਇਹ ਹੈਗਾ ਹੈ ਕਿ ਕੀ ਅਸੀਂ ਜਦੋਂ ਗੁਰੂ ਸਾਹਿਬ ਨੂੰ ਇਸ ਨਜ਼ਰੀਏ ਨਾਲ ਦੇਖਾਂਗੇ, ਦੁਨਿਆਵੀ ਨਜ਼ਰਾਂ ਦੇ ਨਾਲ, ਦੁਨਿਆਵੀ ਸੋਚ ਦੇ ਨਾਲ, ਦੁਨਿਆਵੀ ਪਹੁੰਚ ਦੇ ਨਾਲ ਦੇਖਾਂਗੇ, ਦੁਨਿਆਵੀ ਗਿਆਨ ਨਾਲ ਦੇਖਾਂਗੇ ਤੇ ਉਹਨਾਂ ਦੇ ਜਿਹੜੇ ਦੈਵੀ ਗੁਣ ਨੇ ਉਹਨਾਂ ਨੂੰ ਨਹੀਂ ਸਮਝ ਸਕਾਂਗੇ। ਉਹਦਾ ਕਾਰਨ ਇਹ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਉੱਥੇ ਨੇ, ਉਹਨਾਂ ਨਾਲ ਪ੍ਰਚਾਰ ਕੀਤਾ ਵਾ, ਵਿਚਰੇ ਨੇ, ਪਰਿਵਾਰ ਨਾਲ ਏ, ਗ੍ਰਸਤ ਨਹੀਂ ਤਿਆਗੀ, ਮਾਤਾ ਜੀ ਨਾਲ ਨੇ, ਇਤਿਹਾਸ ਦੱਸਦਾ, ਮਾਤਾ ਨਾਨਕੀ ਜੀ ਨਾਲ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਚੜ੍ਹਾਈ ਕਰ ਜਾਂਦੇ ਨੇ, ਨਾਨਕਾ ਪਰਿਵਾਰ ਹੈ, ਉੱਥੇ ਰਹਿੰਦੇ ਨੇ। ਫਿਰ ਆਪਣਾ ਗੁਰਦੱਤਾ ਜੀ ਨਾਲ ਨੇ, ਫਿਰ ਉਹਨਾਂ ਦੇ ਨਾਲ ਆਪਣਾ ਉਹਨਾਂ ਦੇ ਮਾਤਾ ਗੁਜਰੀ ਜੀ ਨੇ। ਮਤਲਬ ਪਰਿਵਾਰ ਦੇ ਮੈਂਬਰ ਸਾਰੇ ਉੱਥੇ ਨੇ। ਆਪਣੇ ਆਪ ਨੂੰ ਤਿਆਰ ਕਰਨਾ ਕਿਸੇ ਵੱਡੇ ਮਿਸ਼ਨ ਵਾਸਤੇ ਸਮਾਂ ਮੰਗਦਾ। ਕੋਈ ਵੀ ਬੱਚਾ ਜਦੋਂ ਉਚੇਰੇ ਸਿੱਖਿਆ ਲਈ ਜਾਂਦਾ ਨਾ, ਕੰਪੀਟੀਸ਼ਨ ਵਾਸਤੇ ਜਾਂਦਾ, ਤੇ ਉਹ ਬੜਾ ਸਮਾਂ ਦਿੰਦਾ ਆਪਣੀ ਪੜ੍ਹਾਈ ਨੂੰ। ਉਹ ਇੱਧਰ ਉੱਧਰ ਸਮਾਂ ਨਹੀਂ ਦੇ ਸਕਦਾ ਹੁੰਦਾ, ਜਿੰਨਾ ਸਮਾਂ ਉਹ ਦੇ ਸਕਦੇ ਦਿੱਤਾ। ਜਿਹੜੀ ਗੱਲ ਸੀਗੀ ਉਹਨਾਂ ਦੀ ਮੈਡੀਟੇਸ਼ਨ ਦੀ, ਮੈਡੀਟੇਸ਼ਨ ਅੱਜ ਵੀ ਮੈਡੀਕਲ ਸਾਇੰਸ ਕਹਿੰਦੀ ਹੈ ਕਿ ਜਿਹੜਾ ਬੰਦਾ 1 ਘੰਟਾ ਮੈਡੀਟੇਸ਼ਨ ਕਰਦਾ ਉਹਦੇ 8 ਘੰਟੇ ਦੀ ਰੈਸਟ ਦੇ ਬਰਾਬਰ। ਅਤੇ ਮੈਡੀਟੇਸ਼ਨ ਜਿਹੜੀ ਉਹ ਬੜੀ ਜ਼ਰੂਰੀ ਆ। ਵੈਸੇ ਵੀ ਅੱਜ ਦਾ ਸਮਾਂ ਜਿਹੜਾ ਵਾ, ਅੱਜ ਮਹਿਸੂਸ ਕਰੀਏ ਤੇ ਮੈਡੀਟੇਸ਼ਨ ਦੀ ਕਿੰਨੀ ਲੋੜ ਆ, ਕਿੰਨਾ ਪ੍ਰਚਾਰ ਪ੍ਰਸਾਰ ਹੋ ਰਿਹਾ। ਉਸ ਵੇਲੇ ਗੁਰੂ ਸਾਹਿਬ ਨੇ ਜਿਹੜਾ ਕਾਰਜ ਕੀਤਾ, ਆਪਣੇ ਆਪ ਨੂੰ ਸਮਰਪਿਤ ਕਰ ਦੇਣਾ। ਜਦੋਂ ਕਸ਼ਮੀਰੀ ਪੰਡਤਾਂ ਦਾ ਆਉਣਾ, ਕਸ਼ਮੀਰੀ ਪੰਡਤਾਂ ਨੂੰ ਤੁਸੀਂ ਗੱਲ ਕੀਤੀ ਚੇਲੇ ਗੁਰੂ ਵਾਲੀ, ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਜੀ ਕੋਲ ਹੀ ਕਿਉਂ ਆਏ? ਉਸ ਰੂਹ ਦਾ, ਜਿਹੜੀ ਰੂਹਾਨੀਅਤ ਦਾ ਜਿਹੜਾ ਲੋਕਾਂ ਤੱਕ ਪਹੁੰਚਿਆ ਹੁੰਦਾ ਪ੍ਰਸਾਰ ਹੈ। ਫਿਰ ਮੈਂ ਤੁਹਾਡੇ ਨਾਲ ਕੁਝ ਐਗਜ਼ਾਮਪਲ ਸਾਂਝੀਆਂ ਕਰਨਾ ਚਾਹੁੰਦਾ ਕਿ ਜਦੋਂ ਗੱਲ ਚੱਲਦੀ ਆ ਵੀ ਗੁਰੂ ਸਾਹਿਬ ਉੱਥੇ ਭੋਰੇ 'ਚ ਸੀਗੇ ਅਤੇ ਉਹਨਾਂ ਨੂੰ ਜਿਹੜਾ ਪਛਾਣਿਆ ਕਿਵੇਂ ਗਿਆ। ਉਹਨਾਂ ਦੀ ਗੁਰਗੱਦੀ ਦੀ ਗੱਲ ਕੀਤੀ ਤੁਸੀਂ, ਵੀ ਗੁਰਗੱਦੀ ਜਿਹੜੀ ਆ ਉਹ ਕਿਵੇਂ ਪਤਾ ਲੱਗਿਆ, ਵੀ ਲੁਬਾਣਾ ਜੀ ਨੇ ਆਣ ਕੇ ਅਤੇ ਕਿਵੇਂ ਉਹਨਾਂ ਨੂੰ ਮੱਖਣ ਸ਼ਾਹ ਲੁਬਾਣਾ ਜੀ ਨੇ ਕਿਵੇਂ ਆਣ ਕੇ ਪਛਾਣ ਲਿਆ ਵੀ ਗੁਰੂ ਤੇਗ ਬਹਾਦਰ ਜੀ ਨੇ। ਮੈਂ ਕੁਝ ਐਗਜ਼ਾਮਪਲ ਦੱਸਣਾ ਚਾਹੁੰਦਾ ਇਤਿਹਾਸ ਵਿੱਚ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਲਗਭਗ ਉਹਨਾਂ ਤੋਂ 200 ਸਾਲ ਪਹਿਲਾਂ ਬਾਬਾ ਫਰੀਦ ਜੀ ਚੜ੍ਹਾਈ ਕਰ ਜਾਂਦੇ, ਤਾਂ ਬਾਬਾ ਫਰੀਦ ਜੀ ਦੇ ਜਿਹੜੇ ਗੱਦੀ ਨਸ਼ੀਨ ਨੇ, ਉਹਨਾਂ ਦੀ ਪੀੜ੍ਹੀ ਵਿੱਚੋਂ ਸ਼ੇਖ ਇਬਰਾਹਿਮ ਜੀ, ਗੁਰੂ ਨਾਨਕ ਦੇਵ ਜੀ ਉਹਨਾਂ ਕੋਲ ਜਾਂਦੇ ਨੇ। ਗੁਰੂ ਨਾਨਕ ਦੇਵ ਜੀ ਉਹਨਾਂ ਤੋਂ ਬਾਬਾ ਫਰੀਦ ਜੀ ਦੀ ਜਿਹੜੀ ਰਚਨਾ ਹੈ ਉਹਦੀ ਮੰਗ ਕਰਦੇ ਨੇ। ਇਤਿਹਾਸ ਦੱਸਦਾ ਹੈ ਕਿ ਸ਼ੇਖ ਇਬਰਾਹਿਮ ਜੀ ਬਿਨਾਂ ਕਿਸੇ ਹੀਲੋ ਜੱਤੇ ਗੁਰੂ ਸਾਹਿਬ ਨੂੰ ਦੇ ਦਿੰਦੇ ਨੇ। ਵਿਸ਼ਵਾਸ ਹੈ ਨਾ, ਉਹ ਸ਼ਖਸੀਅਤ, ਉਹ ਜਦੋਂ ਸ਼ਖਸ ਗੁਰੂ ਨਾਨਕ ਪਾਤਸ਼ਾਹ, ਉਹ ਰੂਹਾਨੀਅਤ ਵਾਲੀ ਰੂਹ ਜਦੋਂ ਸਾਹਮਣੇ ਖੜੀ ਹੋਏ ਜਾ ਕੇ, ਪੁਰਖਿਆਂ ਦਾ ਖਜ਼ਾਨਾ ਜਿਹੜਾ ਉਹ ਬੋਲਿਆ, ਅਤੇ ਉਹਨਾਂ ਨੂੰ ਮਹਿਸੂਸ ਹੋਇਆ ਵੀ ਬਾਬਾ ਫਰੀਦ ਜੀ ਵਰਗੀ ਸ਼ਖਸੀਅਤ ਮੇਰੇ ਕੋਲ ਆ ਗਈ, ਤਾਂ ਉਹਨਾਂ ਨੇ ਦੇ ਦਿੱਤਾ। ਉਹਨਾਂ ਮਹਿਸੂਸ ਨਹੀਂ ਕੀਤਾ ਵੀ ਇਹ ਰਚਨਾ, ਕਿਉਂਕਿ ਵੇਖੋ ਅੱਜ ਦੇ ਦਿਨ 'ਚ ਵੀ ਅਸੀਂ ਕਹੀਏ ਹਾਂ ਕਿ ਕੋਈ ਕਿਸੇ ਨੂੰ ਆਪਣੀ ਰਚਨਾ ਫੜਾਉਂਦਾ, ਅਸੀਂ ਕਾਪੀਰਾਈਟ ਨੂੰ ਭੱਜਦੇ ਹਾਂ, ਅਸੀਂ ਸਾਰੇ ਝਮੇਲਿਆਂ 'ਚ ਪੈਂਦੇ ਹਾਂ, ਲੀਗਲ ਨੋਟਸ ਜਾਂਦੇ ਨੇ, ਤਾਂ ਉਹਨਾਂ ਨੇ ਦੇ ਦਿੱਤੀ। ਉਦੋਂ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ ਕੌਡੇ ਰਾਖਸ਼ ਕੋਲੇ ਜਾਂਦੇ ਨੇ, ਗੁਰੂ ਨਾਨਕ ਦੇਵ ਜੀ ਨੂੰ ਕੌਡੇ ਰਾਖਸ਼ ਤੋਂ ਰੋਕਿਆ ਜਾਂਦਾ, ਉਹ ਬਾਬਾ ਉਧਰ ਨਾ ਜਾਈ ਭਾਈ, ਉਹ ਤਾਂ ਰਾਖਸ਼ ਭੁੰਨ ਕੇ ਖਾ ਜਾਂਦਾ, ਤਲ ਕੇ ਮਾਰ ਦਿੰਦਾ। ਗੁਰੂ ਸਾਹਿਬ ਜਾਂਦੇ ਨੇ ਸਾਰਾ ਕੁਝ ਜਾਣਦੇ ਹੋਏ। ਉਹਦੇ ਜਾਣ ਪਿੱਛੇ ਕਾਰਨ ਕੀ ਆ ਅਤੇ ਉੱਥੋਂ ਦਾ ਬਰਤਾਂਤ ਕੀ ਆ, ਆਪਾਂ ਉਹ ਪੜ੍ਹੀਏ। ਜਦੋਂ ਕੌਡਾ ਜੀ ਕੋਲ ਜਾਂਦੇ ਨੇ ਅਤੇ ਕੌਡਾ ਜੀ ਅੱਗੋਂ ਕਹਿੰਦਾ ਵੀ ਤੂੰ ਬੰਦਾ ਨਹੀਂ ਹੈ,
ਦੇਖੋ ਉਹ ਇੱਕ ਰਾਖਸ਼ ਬਿਰਤੀ ਵਾਲਾ ਬੰਦਾ, ਰਾਖਸ਼ ਬਿਰਤੀ ਤੋਂ ਭਾਵ ਆ ਕਿ ਬੰਦਾ ਸਮਾਜ ਨਾਲ ਟੁੱਟਿਆ ਹੋਇਆ ਤੇ ਗੈਰ ਸਮਾਜਿਕ ਕੰਮ ਕਰਦਾ ਪਿਆ। ਉਹ ਜਿਹੜੇ ਬੰਦੇ ਉਧਰ ਨੂੰ ਲੰਘਦੇ ਉਹ ਕਹਿੰਦਾ ਵੀ ਉਹ ਸਤਾਇਆ ਹੋਇਆ ਸਮਾਜ ਦਾ, ਉਹ ਕਹਿੰਦਾ ਵੀ ਮੈਂ ਲੰਘਣ ਨਹੀਂ ਦੇਣਾ ਕੋਈ ਚੱਜ ਦਾ ਬੰਦਾ ਇੱਧਰੋਂ ਦੀ, ਕਿਉਂਕਿ ਉਹਨੂੰ ਪਰੇਸ਼ਾਨ ਕੀਤਾ ਗਿਆ ਸੀਗਾ ਉਸ ਵੇਲੇ, ਜੋ ਇਤਿਹਾਸ ਦੱਸਦਾ ਉਹਦੇ ਪਿੱਛੇ ਬੈਕਗਰਾਊਂਡ ਹੋਰ ਆ, ਕਿਤੇ ਫੇਰ ਗੱਲ ਕਰਾਂਗੇ। ਤਾਂ ਉਹ ਬੰਦਾ ਕਹਿੰਦਾ ਕਿ ਮੈਂ ਲੰਘਣ ਨਹੀਂ ਦੇਣਾ ਬੰਦਾ ਕੋਈ ਇੱਥੇ, ਤਾਂ ਉਹ ਬੰਦਾ ਕਿੱਦਾਂ ਬਖਸ਼ੇਗਾ? ਉਹ ਅਸਲ 'ਚ ਜਾਤੀਵਾਦ ਦਾ ਸਤਾਇਆ ਹੋਇਆ ਸੀਗਾ। ਤਾਂ ਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਉਹਨਾਂ ਦੇ ਅੰਦਰ ਸੱਚ ਹੈ, ਜਿਸ ਹੋਕੇ ਵਾਸਤੇ ਉਹ ਤੁਰੇ ਨੇ, ਉਸੇ ਸੱਚ ਕਰਕੇ ਜਾ ਖੜ ਜਾਂਦੇ ਨੇ। ਉਹ ਕਹਿੰਦਾ ਤੂੰ ਬੰਦਾ ਨਹੀਂ, ਉਹ ਮਹਿਸੂਸ ਕਰਦਾ ਕਿ ਇਹ ਸ਼ਖਸੀਅਤ ਰੂਹਾਨੀ ਹੈ। ਤਾਂ ਬਾਅਦ ਵਿੱਚ ਉਹਦਾ ਕੀਤਾ ਕੰਮ ਜਿਹੜਾ ਵਾ ਉਹਨੂੰ ਪ੍ਰਚਾਰਕ ਬਣਾਤਾ ਗੁਰੂ ਸਾਹਿਬ ਨੇ, ਜਿਹਨੂੰ ਲੋਕ ਕੌਡਾ ਰਾਖਸ਼ ਕਹਿੰਦੇ, ਜਿਸ ਤੋਂ ਜਾਣ ਨੂੰ ਰੋਕਦੇ ਸੀ। ਇਹ ਹੈਗੀ ਚੇਲੇ ਗੁਰੂ ਦੀ ਅੰਡਰਸਟੈਂਡਿੰਗ, ਇਹ ਉਹਨਾਂ ਦੀ ਹਾਈਟ ਆਫ ਥਾਟਸ ਆ, ਉਹਨਾਂ ਦੀ ਪਰਸਨੈਲਿਟੀ ਦੀ ਹਾਈਟ ਆ, ਜਿਹੜੀਆਂ ਮਤਲਬ ਪਰਸਨੈਲਿਟੀ ਜਿਸ ਲੈਵਲ ਦੀ ਹੁੰਦੀਆਂ ਆਪਣੇ ਆਪ ਨੂੰ ਛੇਤੀ ਐਕਸੈਪਟ ਕਰ ਜਾਂਦੀਆਂ। ਅਗਲੀ ਗੱਲ, ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਧੋ ਦਾਸ ਨੂੰ ਚੁਣਦੇ ਨੇ, ਬੰਦਾ ਬਹਾਦਰ ਬਣਾਉਂਦੇ ਨੇ, ਤਾਂ ਉਹ ਵੀ ਬੜਾ ਜਿਹੜਾ ਬਰਤਾਂਤ ਹੈ ਇਤਿਹਾਸ ਵਿੱਚ। ਗੁਰੂ ਸਾਹਿਬ ਜਾਂਦੇ ਨੇ, ਕਹਿੰਦੇ ਵੀ ਮੈਂ ਦੇਖਿਆ ਵੇਖਿਆ ਤਾਂ ਨਹੀਂ, ਪਹਿਲਾਂ ਤੈਨੂੰ ਮਿਲਿਆ ਤਾਂ ਨਹੀਂ, ਪਰ ਮੈਨੂੰ ਲੱਗਦਾ ਤੂੰ ਗੁਰੂ ਗੋਬਿੰਦ ਸਿੰਘ ਹੈ। ਜਦੋਂ ਬਰਤਾਂਤ ਅਸੀਂ ਪੜ੍ਹਦੇ ਹਾਂ ਅੱਖਾਂ ਵਿੱਚ ਪਾਣੀ ਆਉਂਦਾ ਕਿ ਗੁਰੂ ਪਾਤਸ਼ਾਹ ਜੀ ਦੀ ਜਿਹੜੀ ਉੱਥੇ ਪਹੁੰਚ ਹੈ। ਇੰਨੇ ਸਿੱਖ ਹੋਰ ਵੀ ਸੀਗੇ। ਜਿਸ ਦਿਨ ਅੰਮ੍ਰਿਤ ਛਕਾਇਆ 80,000 ਦਾ ਇਕੱਠ ਸੀਗਾ, ਬੰਦਾ ਬਹਾਦਰ ਨਹੀਂ ਕਿਉਂ ਚੁਣਿਆ ਗਿਆ? ਬੈਰਾਗੀ ਸੀਗਾ, ਸਮਾਜਿਕ ਤੌਰ 'ਤੇ ਬਹੁਤਾ ਵਿਚਰਦਾ ਨਹੀਂ ਸੀਗਾ, ਤਾਂ ਉਹ ਬੰਦਾ ਚੁਣਿਆ ਗਿਆ। ਤਾਂ ਉਹਨੇ ਜੋ ਗੁਰੂ ਸਾਹਿਬ ਜੀ ਦਾ ਪੈਗਾਮ ਸੀ, ਗੁਰੂ ਸਾਹਿਬ ਜੀ ਦਾ ਮਿਸ਼ਨ ਸੀ, ਉਹਨੂੰ ਸਿਰੇ ਨਹੀਂ ਲਾਇਆ। ਗੁਰੂ ਸਾਹਿਬ ਨੇ ਜੇ ਉਹਨੂੰ ਚੂਜ਼ ਕੀਤਾ, ਉਹਨਾਂ ਦੀ ਚੋਇਸ ਜਿਹੜੀ ਸੀਗੀ, ਕੀ ਉਹਨਾਂ ਦੀ ਚੋਇਸ ਉਸ ਲੈਵਲ 'ਤੇ ਜਾ ਕੇ ਕੰਮ ਨਹੀਂ ਕੀਤਾ? ਗੁਰੂ ਸਾਹਿਬ ਦਾ ਥਾਪੜਾ, ਜਿਹੜੀ ਅਸੀਂ ਗੱਲ ਕੀਤੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇ ਪ੍ਰਭਾਵ ਦੀ, ਅਸੀਂ ਹਾਥੀਆਂ ਦੀ ਹਿੱਕ 'ਚ ਨਹੀਂ ਵੱਜੇ, ਅਸੀਂ ਮਤਲਬ ਕਿੱਥੋਂ ਭੱਜੇ, ਅਸੀਂ ਬਾਅਦ 'ਚ ਆਣ ਕੇ ਕਿੱਥੋਂ ਤੱਕ ਪਹੁੰਚੇ, ਕਿੰਨੇ ਅਸੀਂ ਨਪੀੜੇ ਗਏ, ਪਰ ਫਿਰ ਵੀ ਅਸੀਂ ਜਾ ਕੇ ਆਪਣਾ ਰਾਹ ਸਥਾਪਿਤ ਕੀਤਾ। ਗੁਰੂ ਸਾਹਿਬ ਦਾ ਥਾਪੜਾ ਸੀਗਾ। ਬੰਦਾ ਸਿੰਘ ਬਹਾਦਰ ਨੂੰ ਜਿੱਦਣ ਚੁਣਿਆ, ਉਹ ਡਾਇਲੌਗ ਦੱਸਦਾ ਵੀ ਜਦੋਂ ਬੰਦਾ ਸਿੰਘ ਬਹਾਦਰ ਨੂੰ ਸਵਾਲ ਕਰਦੇ ਗੁਰੂ ਸਾਹਿਬ, ਤੇ ਉਹ ਕਹਿੰਦਾ ਮੈਂ ਤੇਰਾ ਬੰਦਾ। ਮਹਾਰਾਜ ਪੁੱਛਦੇ ਤੂੰ ਕੌਣ ਹੈ? ਕਿਸੇ ਨੇ ਵੀ ਕਿਸੇ ਨੂੰ ਇੰਟਰੋਡਿਊਸ ਨਹੀਂ ਕੀਤਾ। ਨਾ ਗੁਰੂ ਗੋਬਿੰਦ ਸਿੰਘ ਜੀ ਨੇ ਦੱਸਿਆ ਕਿ ਮੈਂ ਕੌਣ ਆ, ਨਾ ਬੰਦਾ ਬਹਾਦਰ ਨੂੰ ਦੱਸਣ ਦੀ ਲੋੜ ਪਈ, ਕਿਉਂਕਿ ਗੁਰੂ ਸਾਹਿਬ ਜਦੋਂ ਉਹਦੇ ਕੋਲ ਚਲੇ ਗਏ ਨਾ, ਤੇ ਫਿਰ ਬੰਦਾ ਬਹਾਦਰ ਬਾਰੇ ਤਾਂ ਗੁਰੂ ਸਾਹਿਬ ਜਾਣੇ ਜਾਣਨੇ। ਤਾਂ ਇਹ ਹੁੰਦੀ ਹੈ ਅੰਡਰਸਟੈਂਡਿੰਗ, ਇਹ ਹੁੰਦੀ ਆ ਸਮਾਜਿਕ ਸਮਝ, ਇਹ ਹੁੰਦੀ ਆ ਅੰਦਰੂਨੀ ਗਿਆਨ। ਇਹ ਕਿਤਾਬਾਂ ਪੜ੍ਹਾਈਆਂ 'ਚੋਂ ਨਹੀਂ ਮਿਲਦਾ। ਜੇ ਅਸੀਂ ਕਿਤਾਬਾਂ ਪੜ੍ਹਾਈਆਂ 'ਚੋਂ ਇਹਨਾਂ ਗੱਲਾਂ ਨੂੰ ਲੱਭਣ ਲੱਗੀਏ ਤਾਂ ਫਿਰ ਸ਼ਾਇਦ ਅਸੀਂ ਕਿਉਂਕਿ ਜਿਹੜੀ ਗੱਲ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਗੁਰਬਾਣੀ ਦੇ ਰੂਪ 'ਚ ਸਮਝਾਈ ਹੈ, ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਣ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਗਿਆਨੀ ਕੌਣ ਹੈ? ਆਪਾਂ ਗੁਰੂ ਨਾਨਕ ਦੇਵ ਜੀ ਨੂੰ ਪੜ੍ਹ ਲਈਏ, ਸੋ ਪੜ੍ਹਿਆ ਸੋ ਪੰਡਤ ਬਿਨਾ ਜਿਨੀ ਕਮਾਣਾ ਨਾ ਹੋ, ਪਹਿਲੋਂ ਦੇ ਜੜ ਅੰਦਰ ਜੰਮਿਆ ਉੱਪਰ ਹੋਵੈ ਛਾਓ। ਪੜ੍ਹਿਆ ਤੇ ਉਹ ਆ ਜਿਹੜੇ ਅੰਦਰ ਬ੍ਰਹਮ ਗਿਆਨ ਦੀ ਜੜ ਲੱਗ ਗਈ ਆ, ਜਿਹਨੇ ਅੰਦਰੋਂ ਪ੍ਰੈਕਟੀਕਲੀ ਸਮਾਜ ਨੂੰ ਸਮਝ ਲਿਆ, ਗਿਆਨ ਨੂੰ ਪ੍ਰੈਕਟੀਕਲੀ ਸਮਝ ਲਿਆ। ਗੁਰੂ ਤੇਗ ਬਹਾਦਰ ਜੀ ਉਹ ਗੱਲ, ਗਿਆਨੀ ਕੌਣ ਹੈ? ਨਾ ਉਹ ਕਿਸੇ ਨੂੰ ਡਰਾਉਂਦਾ, ਨਾ ਉਹ ਡਰਦਾ। ਗਿਆਨੀ ਅਸਲ 'ਚ ਉਹ ਆ, ਪੜ੍ਹਿਆ ਲਿਖਿਆ ਅਸਲ ਵਿੱਚ ਉਹ ਆ। ਦੁਨਿਆਵੀ ਡਿਗਰੀਆਂ ਜਾਂ ਦੁਨਿਆਵੀ ਗਿਆਨ ਨਾਲ ਅਸੀਂ ਪੜ੍ਹੇ ਲਿਖੇ ਦੁਨਿਆਵੀ ਤੌਰ 'ਤੇ ਕਹਾ ਸਕਦੇ ਹਾਂ। ਮੈਂ ਪਹਿਲਾਂ ਵੀ ਗੱਲ ਕੀਤੀ ਵੀ ਜਦੋਂ ਗੁਰੂ ਤੇਗ ਬਹਾਦਰ ਜੀ ਕੋਲ, ਫਿਰ ਮੈਂ ਉਹ ਗੱਲ ਕਰ ਰਿਹਾ ਵੀ ਕਿਹੜੀ ਨਜ਼ਰ ਨਾਲ ਪੜ੍ਹਨਾ ਅਤੇ ਕਿਸ ਅਹਿਸਾਸ ਨਾਲ ਉਸ ਘਟਨਾ ਨੂੰ ਸਮਝਣਾ, ਕਿ ਜਦੋਂ ਗੁਰੂ ਸਾਹਿਬ ਨੂੰ ਇਹ ਮਹਿਸੂਸ ਕੀਤਾ ਜਾਂਦਾ ਮੱਖਣ ਸ਼ਾਹ ਲਬਾਣੇ ਵੱਲੋਂ, ਜਦੋਂ 5 ਮੋਹਰਾਂ ਰੱਖਦਾ। ਮੈਂ ਅੱਗੇ ਵੀ ਗੱਲ ਕੀਤੀ ਆ, ਸਿੱਖ ਗੁਰੂ, ਗੁਰੂ ਸਿੱਖ ਹੈ, ਦੋਨੋਂ ਗੁਰ ਉਪਦੇਸ਼ ਚਲਾਏ, ਆਪੇ ਗੁਰ ਚੇਲਾ। ਆਪੇ ਗੁਰ ਚੇਲਾ ਵਾਲੀ ਜਿਹੜੀ ਭਾਵ ਹੈ ਨਾ, ਉੱਥੇ ਅਸੀਂ ਮੱਖਣ ਸ਼ਾਹ ਲਬਾਣਾ ਨੂੰ ਘੱਟ ਕਰਕੇ ਨਾ ਗਿਣੀਏ। ਉਹ ਜਿਹੜੀ ਚੇਲੇ ਦੀ ਲਗਨ ਹੈ, ਭਾਵ ਹੈ, ਜਿਹੜਾ 24 ਘੰਟੇ ਮਨ ਲੱਗਾ ਹੋਇਆ ਵੀ ਮੈਂ ਉਸ ਬਾਬੇ ਨਾਨਕ ਦੇ ਘਰ ਨੂੰ ਸੁੱਖ ਕੇ ਬੈਠਾ, ਤਾਂ ਉਹ ਬੰਦਾ ਜਦੋਂ ਜਾਂਦਾ ਹੈ ਮੱਖਣ ਸ਼ਾਹ ਲਬਾਣਾ ਨੂੰ, ਜਦੋਂ ਅਸੀਂ ਦੁਨਿਆਵੀ ਨਜ਼ਰ ਨਾਲ ਦੇਖਾਂਗੇ ਨਾ, ਤਾਂ ਸਾਨੂੰ ਵਪਾਰੀ ਲੱਗੇਗਾ। ਪਰ ਗੁਰੂ ਸਾਹਿਬ ਨੇ ਜਦੋਂ ਜਾਂਦਾ ਹੈ, ਗੁਰੂ ਸਾਹਿਬ ਨੇ ਉਹਨੂੰ ਅੰਦਰੋਂ ਭਾਪ ਲਿਆ ਕਿ ਇਸ ਬੰਦੇ ਦੀ ਭਾਵਨਾ ਕੁਝ ਹੋਰ ਹੈ, ਭਟਕਣਾ ਕੁਝ ਹੋਰ ਹੈ, ਪਰ ਇਹਨੂੰ ਉਹ ਮਿਲ ਨਹੀਂ ਰਿਹਾ ਜੋ ਲੱਭ ਰਿਹਾ। ਗੁਰੂ ਸਾਹਿਬ ਨੇ ਜਦੋਂ ਉਹਨੂੰ ਸਵਾਲ ਕੀਤੇ ਹੋਣਗੇ ਕਿ ਤੂੰ ਕਿਸ ਭਟਕਣਾ 'ਚ, ਤਾਂ ਮੈਂ ਕਹਿ ਰਿਹਾ ਕਿ ਜਿਹੜੀ ਥਾਟ ਹੁੰਦਾ ਨਾ ਦੋਵਾਂ ਧਿਰਾਂ ਦਾ ਥਾਟ ਅਸੀਂ ਤੀਜਾ ਬੰਦਾ ਨਹੀਂ ਸਮਝ ਸਕਦੇ, ਕਿਉਂਕਿ ਉਹਨਾਂ ਦੀ ਪਰਸਨੈਲਿਟੀ ਦਾ ਆਪਣੀ ਇੱਕ ਅਪਰੋਚ ਹੈ, ਆਪਣੀ ਰੀਚ ਹੈ, ਆਪਣੀ ਸਮਝ ਹੈ। ਤਾਂ ਉੱਥੇ ਮੱਖਣ ਸ਼ਾਹ ਲਬਾਣਾ ਜੀ ਨੂੰ ਜਦੋਂ ਸਵਾਲ ਹੁੰਦਾ ਵਾ, ਅਤੇ ਮੱਖਣ ਸ਼ਾਹ ਲਬਾਣਾ ਜੀ ਮਤਲਬ ਇਹ ਮਹਿਸੂਸ ਕਰਦੇ ਆ ਕਿ ਇਹ ਜਿਹੜੀ ਗੱਲ ਮੇਰੇ ਸਾਹਮਣੇ ਆ ਰਹੀ ਆ
ਕਿ ਜਿਹੜੇ ਸਵਾਲ ਹੋ ਰਹੇ ਨੇ ਅੱਗੋਂ ਕਿ ਤੇਰੀ ਭਟਕਣਾ ਕੀ ਆ, ਤੂੰ ਕਿੱਧਰ ਆਇਆ ਵਾ, ਉਹਨੂੰ ਸਮਝ ਆ ਜਾਂਦੀ ਆ ਕਿ ਮੇਰੀ ਜਿੱਥੇ ਲਿਵ ਜੁੜੀ ਆ, ਜਿਸ ਗੁਰੂ ਵਾਸਤੇ ਮੈਂ ਭਟਕਣਾ 'ਚ ਪਿਆ ਵਾਂ, ਉਹ ਮੇਰੇ ਸਾਹਮਣੇ ਬੈਠਾ। ਜਦੋਂ ਮਹਿਸੂਸ ਕਰਦਾ ਫਿਰ ਉਹ ਕੋਠੇ 'ਤੇ ਚੜ੍ਹਦਾ, ਫਿਰ ਉਹ ਦੱਸਦਾ ਗੁਰਲਾਦੋ ਰੇ ਗੁਰਲਾਦੋ ਰੇ। ਮਤਲਬ ਇਹ ਜਿਹੜੀਆਂ ਚੀਜ਼ਾਂ ਨਾ, ਇਹਨਾਂ ਨੂੰ ਦੁਨਿਆਵੀ ਨਜ਼ਰ ਨਾਲ ਨਹੀਂ ਸਮਝਿਆ ਜਾ ਸਕਦਾ। ਉਸ ਇਤਿਹਾਸ ਦੇ ਪ੍ਰਸੰਗ ਵਿੱਚ ਰਹਿ ਕੇ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਲੈ ਕੇ ਘਟਨਾਵਾਂ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜਦੋਂ ਵਾਪਰਦੀਆਂ ਨੇ, ਹੌਲੀ ਹੌਲੀ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਰਾਹੀਂ ਮਤਲਬ ਇਹ ਗੱਲ ਮਹਿਸੂਸ ਕਰਦੇ ਇਤਿਹਾਸ ਨੂੰ, ਇਤਿਹਾਸਕ ਪ੍ਰਸੰਗਾਂ ਨੂੰ, ਫਿਰ ਸਾਡੀ ਸਮਝ 'ਚ ਇਹ ਗੱਲ ਪੈਂਦੀ ਆ ਕਿ ਮਤਲਬ ਇਹ ਕਹਿ ਦੇਣਾ ਦੁਨਿਆਵੀ ਸੋਚ ਦੇ ਨਾਲ ਵੀ ਮੱਖਣ ਸ਼ਾਹ ਲੁਬਾਣਾ ਕਿਵੇਂ ਆ ਕੇ ਕਹਿ ਸਕਦਾ ਕਿ ਮਤਲਬ ਨੌਵੇਂ ਪਾਤਸ਼ਾਹ ਜਿਹੜੇ ਇਹਨਾਂ ਨੂੰ ਗਰਿਆਈ ਮਤਲਬ ਦਿੱਤੀ ਗਈ ਆ, ਜਾਂ ਇਹੋ ਗੁਰੂ ਆ ਸਾਡਾ ਆਉਣ ਵਾਲਾ। ਇਹ ਚੀਜ਼ਾਂ ਜਿਹੜੀਆਂ ਵਾ, ਜਦੋਂ ਅਸੀਂ ਜਿਹੜੀ ਸਾਡੀ ਪੰਥਕ ਰਵਾਇਤ ਹੈਗੀ ਆ ਕਿ ਇਤਿਹਾਸ ਨੂੰ ਤੁਸੀਂ ਵਿਸ਼ਵਾਸ ਨਾਲ ਹੀ ਪੜ੍ਹੋਗੇ ਤਾਂ ਤੁਹਾਨੂੰ ਲੱਭੇਗਾ ਨਾ ਕੁਛ। ਜੇ ਤੁਸੀਂ ਇਤਿਹਾਸ ਨੂੰ ਵਿਵੇਕਸ਼ੀਲਤਾ ਨਾਲ ਨਹੀਂ ਪੜ੍ਹਨਾ, ਤਰਕ ਦੇ ਨਜ਼ਰੀਏ ਨਾਲ ਪੜ੍ਹਨਾ ਵਾ, ਤਾਂ ਫਿਰ ਤਾਂ ਵੇਖੋ ਜੀ ਇਤਿਹਾਸ ਦਾ ਮਤਲਬ ਹੀ ਇੰਜ ਵਾਪਰਿਆ ਹੁੰਦਾ, ਅਤੇ ਇੰਜ ਵਾਪਰਿਆ ਵਿੱਚੋਂ ਤੁਸੀਂ ਬਹੁਤਾ ਕੁਝ ਨਹੀਂ ਕੱਢ ਸਕਦੇ ਹੁੰਦੇ, ਕਿਉਂਕਿ ਇਹ ਚੀਜ਼ਾਂ ਸਾਡੇ ਕੋਲ ਸੀਨਾ ਬਸੀਨਾ ਪਹੁੰਚਦੀਆਂ ਨੇ। ਕਈ ਵਾਰ ਉਹਨਾਂ ਦੀ ਸ਼ਬਦਾਵਲੀ 'ਚ ਫਰਕ ਪੈ ਜਾਂਦਾ, ਭਾਸ਼ਾ 'ਚ ਫਰਕ ਪੈ ਜਾਂਦਾ। ਅਸੀਂ ਇਸ ਸਮੇਂ ਦੀ ਭਾਸ਼ਾ ਦੇ ਨਾਲ ਉਹਦੇ ਅਰਥ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਸ ਵੇਲੇ ਦੇ ਲੇਖਕ ਦੀਆਂ ਭਾਵਨਾਵਾਂ ਅਤੇ ਉਹਦੀ ਜਿਹੜੀ ਲੇਖਣੀ ਆ, ਉਸ ਇਲਾਕੇ ਦੀ ਭਾਸ਼ਾ ਦਾ ਵੀ ਕਈ ਵਾਰੀ ਸਾਡੀ ਸਮਝ 'ਚ ਨਹੀਂ ਹੁੰਦੀਆਂ ਉਹ ਗੱਲਾਂ। ਇਹ ਫਰਕ ਰਹਿੰਦੇ ਨੇ। ਅਦਰਵਾਈਜ਼ ਜਦੋਂ ਅਸੀਂ ਇੰਨੇ ਵੱਡੇ ਖਿਆਲਾਤ, ਇੰਨੀ ਵੱਡੀ ਸ਼ਖਸੀਅਤ, ਇੰਨੇ ਵੱਡੇ ਰਹਿਬਰਾਂ ਬਾਰੇ ਜਦੋਂ ਜਾਣਨਾ ਹੁੰਦਾ, ਫਿਰ ਸਾਨੂੰ ਥੋੜ੍ਹਾ ਜਿਹਾ ਮਤਲਬ ਵੀ ਜਿਹੜਾ ਉਹ ਤਰਕ ਨੂੰ ਛੱਡ ਕੇ ਅਤੇ ਵਿਵੇਕਸ਼ੀਲ ਭਾਵਨਾ ਦੇ ਨਾਲ ਉਹਨੂੰ ਦੇਖਣਾ ਪੈਂਦਾ। ਇਸ ਤਰ੍ਹਾਂ ਮਤਲਬ ਆਪਣਾ ਜਿਹੜਾ ਵਾ ਮੱਖਣ ਸ਼ਾਹ ਲੁਬਾਣੇ ਦਾ ਜਿਹੜਾ ਚੇਲੇ ਵਾਲਾ ਭਾਵ ਸੀਗਾ ਉਹ ਪੈਦਾ ਹੋਇਆ, ਅਤੇ ਉਹਨੇ ਫਿਰ ਗੁਰੂ ਸਾਹਿਬ ਨੂੰ ਜਦੋਂ ਲੱਭਿਆ, ਅਤੇ ਫਿਰ ਸਾਨੂੰ ਸਾਰਿਆਂ ਨੂੰ ਅਗਲੇ ਇਤਿਹਾਸ ਦਾ ਪਤਾ ਹੀ ਜੀ। ਬਹੁਤ ਸੋਹਣੇ ਰੂਪ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਪੰਨਵਾ ਹੁਣਾਂ ਨੇ ਇਤਿਹਾਸ ਦਾ ਵਿਸਥਾਰ ਕੀਤਾ, ਕਿਉਂਕਿ ਜਦੋਂ ਇਤਿਹਾਸ ਦੇ ਰਸਤੇ ਵਿੱਚ ਭਿੱਜੀਆਂ ਗੱਲਾਂ ਸੁਣਨੀਆਂ ਤਾਂ ਫਿਰ ਮੈਂ ਚਾਹਿਆ ਹੀ ਨਹੀਂ ਕਿ ਮੈਂ ਉਹਨਾਂ ਨੂੰ ਕੋਈ ਹੋਰ ਮੋੜਵਾਂ ਸਵਾਲ ਕਰਾਂ, ਕਿਉਂਕਿ ਇਹ ਇੱਕ ਤਰ੍ਹਾਂ ਦੀ ਸੰਗਤ ਆ। ਜੇ ਮੈਂ ਹੁਣ ਇਹਨਾਂ ਦੇ ਕੋਲ ਬਹਿ ਕੇ ਸਵਾਲ ਜਵਾਬ, ਜਿਹਨੂੰ ਆਪਾਂ ਆਪਣੀ ਬੋਲੀ 'ਚ ਇੰਟਰਵਿਊ ਬੋਲਦੇ ਹਾਂ, ਮੈਨੂੰ ਨਹੀਂ ਲੱਗ ਰਿਹਾ ਕਿ ਅਸੀਂ ਕੋਈ ਇੰਟਰਵਿਊ ਦੇ ਰੂਪ 'ਚ ਕਰ ਰਹੇ, ਅਸੀਂ ਗੁਰੂ ਦੀ ਗੱਲ ਕਰ ਰਹੇ ਹਾਂ। ਗੁਰੂ ਦੀ ਗੱਲ ਕਰਨੀ ਜਿਹੜੀ ਆ ਉਹ ਮਹਾਰਾਜ ਦੀ ਬਖਸ਼ਿਸ਼ ਹੋਵੇ ਤਾਂ ਕੀਤੀ ਜਾਂਦੀ ਆ। ਦੁਨਿਆਵੀ ਤੌਰ 'ਤੇ ਅਸੀਂ ਆਪਣੀਆਂ ਗੱਲਾਂ ਬਹੁਤ ਕਰਦੇ ਹਾਂ ਲੰਘਦੇ ਆਉਂਦੇ ਸਮੇਂ, ਪਰ ਜਦੋਂ ਗੁਰੂ ਮਹਾਰਾਜ ਦੀ ਗੱਲ ਚੱਲਦੀ ਆ ਤਾਂ ਉਹ ਇੱਕ ਸੰਗਤ ਦੇ ਰੂਪ 'ਚ ਹੁੰਦੀ ਆ। ਜਿੰਨੇ ਕੁ ਸਵਾਲ ਮੇਰੇ ਮਨ 'ਚ ਆਏ ਮੈਂ ਉਹ ਤਾਂ ਇਹਨਾਂ ਨੂੰ ਪੁੱਛ ਹੀ ਚੁੱਕਾ, ਅਤੇ ਮੈਂ ਉਂਝ ਪੁੱਛ ਲੈਂਦਾ ਜੀ, ਜੇ ਕੋਈ ਹੋਰ ਕੋਈ ਗੱਲ ਰਹਿ ਗਈ ਹੋਵੇ ਤਾਂ ਤੁਸੀਂ ਕਰ ਸਕਦੇ ਹੋ, ਬਾਕੀ ਉਂਝ ਤਾਂ ਇੱਧਰੋਂ ਫਤਿਹ ਹੀ ਆ। ਦੇਖੋ ਜੀ, ਗੁਰੂ ਦੀਆਂ ਗੱਲਾਂ, ਗੁਰੂ ਇਤਿਹਾਸ ਦੀਆਂ ਗੱਲਾਂ ਅਸੀਂ ਭਾਵੇਂ ਮਹੀਨਿਆਂ ਸਾਲਾਂ ਬੱਧੀ ਕਰੇ ਜਾਈਏ, ਜਦੋਂ ਅਸੀਂ ਇਕੱਲੇ ਇਕੱਲੇ ਈਵੈਂਟ ਨੂੰ ਦੇਖਾਂਗੇ, ਸਮਾਂ ਚਾਹੀਦਾ। ਸਮਾਂ ਤੁਹਾਡਾ ਵੀ ਜਿਹੜਾ ਵਾ ਉਹ ਸੀਮਤ ਹੁੰਦਾ ਹੈ। ਤਾਂ ਮੈਂ ਮਹਿਸੂਸ ਕਰਦਾ ਕਿ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹਾਦਤ ਸੀਗੀ, ਜਿਹੜੀ ਤੁਸੀਂ ਗੱਲ ਸ਼ੁਰੂਆਤ 'ਚ ਕੀਤੀ ਨਾ, ਮੈਂ ਉਹਨੂੰ ਇੰਡੋਰਸ ਕਰਦਿਆਂ। ਤੁਸੀਂ ਗੱਲ ਕੀਤੀ ਸ਼ਹਾਦਤ ਦੀ ਗੱਲ ਜ਼ਿਆਦਾ ਹੁੰਦੀ। ਤੁਸੀਂ ਇਤਿਹਾਸ ਵੀ ਪੜ੍ਹੋਗੇ ਨਾ ਗੁਰੂ ਤੇਗ ਬਹਾਦਰ ਜੀ ਬਾਰੇ, ਜਿਹੜੀਆਂ ਲਿਖਤਾਂ ਨੇ ਨਾ, ਉਹਨਾਂ ਦੀ ਜਿਹੜੀ ਲੇਖਕਾਂ ਦੀਆਂ ਲਿਖਤਾਂ, ਉਹ ਵੀ 70% ਜਿਹੜੀਆਂ ਸ਼ਹਾਦਤ 'ਤੇ ਲਿਖੀਆਂ ਗਈਆਂ। ਵੱਡੀ ਘਟਨਾ ਮਰਕਜ਼ ਬਣ ਜਾਂਦੀ, ਵੱਡੀ ਘਟਨਾ, ਜਿਸ ਤਰ੍ਹਾਂ ਦਾ ਮਤਲਬ ਆਪਣਾ ਉਸ ਵੇਲੇ ਦਾ ਇੱਕ ਸਰਕਾਰਾਂ ਦਾ, ਉਸ ਵੇਲੇ ਦੇ ਰਾਜਿਆਂ ਦਾ ਮਤਲਬ ਇੱਕ ਲੋਕਾਂ ਉੱਪਰ ਪ੍ਰਭਾਵ ਬਣਿਆ ਹੋਇਆ ਸੀਗਾ, ਅਤੇ ਉਸ ਆਵਾਜ਼ ਦੇ ਖਿਲਾਫ ਖੜ੍ਹ ਜਾਣਾ, ਉਹ ਮਤਲਬ ਗੱਲ ਜਿਹੜੀ ਸੀਗੀ ਉਹ ਦੁਨੀਆ ਦੇ ਵਿੱਚ ਬੜੀ ਵੱਡੀ ਇੱਕ ਐਗਜ਼ਾਮਪਲ ਸੀਗੀ, ਬੜੀ ਵੱਡੀ ਉਦਾਹਰਨ ਸੀਗੀ, ਜਿਹਦੀ ਉਦਾਹਰਨ ਨਾ ਹੁਣ ਤੱਕ ਮਿਲੀ ਹੈ ਕਿਸੇ ਵਾਸਤੇ, ਕਿਸੇ ਲਈ, ਬਿਨਾਂ ਕਿਸੇ ਭਾਵਨਾ ਦੇ, ਬਿਨਾਂ ਕਿਸੇ ਲੋੜ ਦੇ, ਬਿਨਾਂ ਕਿਸੇ ਦੁਨਿਆਵੀ ਪ੍ਰਾਪਤੀ ਦੇ ਆਪਣੇ ਆਪ ਨੂੰ ਨਿਸ਼ਾਵਰ ਕਰ ਦੇਣਾ ਕਿਸੇ ਦੇ ਭਲੇ ਵਾਸਤੇ। ਇਹ ਤੋਂ ਵੱਡੀ ਉਦਾਹਰਨ ਨਾ ਦੁਨੀਆ 'ਚ ਹੈ, ਨਾ ਮਿਲਣ ਦੀ ਕੋਈ ਆਸ ਹੈ ਜੀ। ਬਹੁਤ ਤੁਹਾਡਾ ਧੰਨਵਾਦ ਜੀ ਗੱਲਬਾਤ ਲਈ। ਧੰਨਵਾਦ ਜੀ, ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਜਿਹੜੀ ਗੱਲਬਾਤ ਆ ਸਰਦਾਰ ਸੁਖਬੀਰ ਸਿੰਘ ਪੰਨਵਾ ਹੋਣਾ ਨਾਲ ਕੀਤੀ, ਜਿਹੜੇ ਬਟਾਲੇ ਦੇ ਵਾਸੀ ਨੇ ਅਤੇ ਕਿੱਤੇ ਵਜੋਂ ਸਿੱਖ ਵਕੀਲ ਨੇ, ਸਿੱਖ ਵਿਚਾਰਵਾਨ ਨੇ। ਸੋ ਮੈਂ Sikh24.com ਦੇ ਦਰਸ਼ਕਾਂ ਜਾਂ ਜਿਹੜੇ ਸਰੋਤੇ ਨੇ, ਜਿੱਦਾਂ ਵੀ ਸਾਡੀ ਪਹੁੰਚ ਤੁਹਾਡੇ ਤੱਕ ਜਾਂਦੀ ਆ, ਜਾਂ ਕਈ ਵੇਲੇ ਕੁਛ ਲਿਖਤ ਰੂਪ ਦੇ ਵਿੱਚ ਵੀ ਵੈਬਸਾਈਟ ਦੇ ਉੱਤੇ ਨਿਊਜ਼ ਪੜ੍ਹ ਕੇ, ਜਾਂ ਇਹ ਜਿਹੜੀ ਸਟੋਰੀ ਜਦੋਂ ਤੁਸੀਂ ਇਹ ਵੀਡੀਓ ਵੇਖ ਰਹੇ ਹੋਵੋਗੇ ਅਤੇ ਨਾਲ ਦੀ ਨਾਲ ਵੈਬਸਾਈਟ ਦੇ ਉੱਤੇ ਲਿਖਤੀ ਰੂਪ 'ਚ ਅੰਗਰੇਜ਼ੀ ਦੇ ਵਿੱਚ ਵੀ ਅਸੀਂ ਉਹ ਲਿਖ ਕੇ ਪਾਉਂਦੇ ਹਾਂ। ਤੁਹਾਡੇ ਤੱਕ ਦੱਸ ਦਈਏ ਕਿ ਜਦੋਂ ਅੱਜ ਦੇ ਇਹਨਾਂ ਦਿਨਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੌਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਦੇ ਦਿਨ ਚੱਲ ਰਹੇ ਆ, ਅਸੀਂ ਇਸ ਸੰਬੰਧ ਵਿੱਚ ਵਕੀਲ ਸੁਖਬੀਰ ਸਿੰਘ ਪੰਨਵਾ ਦੀ ਗੱਲਬਾਤ ਨੂੰ ਮਿਲਾ ਕੇ ਕੁੱਲ 4 ਇੰਟਰਵਿਊਜ਼ ਜਿਹੜੀਆਂ ਨੇ ਇਸ ਪੱਖ 'ਚ ਕੀਤੀਆਂ ਹੋਈਆਂ ਨੇ, ਇਸ ਵਿਸ਼ੇ 'ਤੇ ਕੀਤੀਆਂ ਹੋਈਆਂ। ਤੁਸੀਂ ਹੋਰ ਵੀ ਜਿਹੜੀਆਂ ਇਹਨਾਂ ਦੀ ਗੱਲਬਾਤ ਤੋਂ ਇਲਾਵਾ 3 ਗੱਲਬਾਤਾਂ ਹੋਰ ਵੀ ਵੇਖ ਸਕਦੇ ਹੋ। ਸੋ ਇਸੇ ਤਰੀਕੇ ਨਾਲ ਤੁਸੀਂ Sikh24.com ਦੇ
ਰਾਹੀਂ ਸਾਡੇ ਨਾਲ ਜੁੜੇ ਰਹੋ। ਅਸੀਂ ਆਸ ਕਰਦੇ ਹਾਂ ਕਿ ਜਿਹੜੀਆਂ ਵਡਮੁੱਲੀਆਂ ਗੱਲਾਂ ਨੇ, ਇਹ ਕੋਈ ਜਿਹੜੀਆਂ ਗੱਲਾਂ ਮੈਂ ਸਰਦਾਰ ਸੁਖਬੀਰ ਸਿੰਘ ਉਹਨਾਂ ਤੋਂ ਕੀਤੀਆਂ, ਕੋਈ ਇਹਨਾਂ ਦੇ ਜੀਵਨ ਬਾਰੇ ਨਹੀਂ ਕੀਤੀਆਂ, ਮੈਂ ਕੋਈ ਆਪਣੀਆਂ ਗੱਲਾਂ ਨਹੀਂ ਸੁਣਾਈਆਂ, ਅਸੀਂ ਗੁਰੂ ਦੀਆਂ ਗੱਲਾਂ ਕੀਤੀਆਂ। ਅਸੀਂ ਤੁਹਾਡੇ ਤੱਕ ਦੋਵੇਂ ਸਿੱਖ ਸਾਂਝੇ ਰੂਪ ਦੇ ਵਿੱਚ ਇੱਕ ਇੱਛਾ ਰੱਖਦੇ ਹਾਂ ਤੁਹਾਡੇ ਤੋਂ ਕਿ ਤੁਸੀਂ ਇਹ ਜਿਹੜੀਆਂ ਗੱਲਾਂ ਨੇ ਆਪਣੇ ਜਵਾਨ ਹੋ ਰਹੇ ਬੱਚਿਆਂ ਤੱਕ ਜ਼ਰੂਰ ਸੁਣਾਓ। ਜਿਹੜੇ ਬੱਚੇ ਗੱਲ ਨੂੰ ਸਮਝਣ ਲੱਗ ਪੈਂਦੇ ਆ, ਟੀਨਏਜ ਖਾਸ ਕਰਕੇ ਜਿਹੜੇ 12 13 14 ਤੋਂ ਲੈ ਕੇ ਜਵਾਨ ਹੋਣ ਲੱਗ ਪੈਂਦੇ ਆ, ਉਂਝ ਤਾਂ ਮਾਸੂਮਾਂ ਨੂੰ ਵੀ ਦੱਸਣੀਆਂ ਚਾਹੀਦੀਆਂ, ਜਿਵੇਂ ਘਰਾਂ ਦੇ ਵਿੱਚ ਦਾਦੀਆਂ ਜਾਂ ਮਾਵਾਂ ਸਿਖਾਉਂਦੀਆਂ ਨੇ, ਨਾਨੀਆਂ ਸਿਖਾਉਂਦੀਆਂ ਨੇ, ਕਥਾ ਕਹਾਣੀਆਂ ਦੱਸਦੀਆਂ ਨੇ, ਗੁਰੂ ਦੀਆਂ ਬਾਤਾਂ ਸੁਣਾਉਂਦੀਆਂ ਨੇ। ਇਸ ਤਰੀਕੇ ਨਾਲ ਜਿਹੜੇ ਬੱਚੇ ਥੋੜ੍ਹੇ ਵੱਡੇ ਹੋ ਜਾਂਦੇ, ਜਿਨ੍ਹਾਂ ਦੇ ਹੱਥਾਂ 'ਚ ਅੱਜ ਕੱਲ੍ਹ ਮੋਬਾਈਲ ਪਹੁੰਚ ਜਾਂਦੇ ਆ, ਕਿਉਂਕਿ ਪੜ੍ਹਾਈ ਵੀ ਅੱਜ ਕੱਲ੍ਹ ਇਸ ਸਮੇਂ ਦੇ ਵਿੱਚ ਮੋਬਾਈਲਾਂ 'ਤੇ ਹੋ ਰਹੀ ਆ, ਸਕੂਲ ਜਿਹੜੇ ਨੇ ਬੰਦ ਨੇ ਇਸ ਸਮੇਂ ਦੇ ਦੌਰਾਨ, ਜਿਹੜੀ ਗੱਲ ਅਸੀਂ 2021 'ਚ ਕਰ ਰਹੇ ਹਾਂ। ਸੋ ਸਾਡੀ ਤੁਹਾਡੇ ਤੱਕ ਇਹ ਇੱਕ ਤਰ੍ਹਾਂ ਦੀ ਬੇਨਤੀ ਆ ਕਿ ਇਹ ਜਿਹੜੀ ਗੱਲਬਾਤ ਹੈ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਉਹਨਾਂ ਨੂੰ ਫੋਨ ਦੇ ਉੱਤੇ ਲਾ ਦਿਓ ਅਤੇ ਉਹਨਾਂ ਨੂੰ ਪੁੱਛੋ ਵੀ ਹਾਂਜੀ ਤੁਸੀਂ ਕੀ ਸਿੱਖਿਆ, ਕੀ ਨਵਾਂ ਪਤਾ ਲੱਗਿਆ। ਕਿਉਂਕਿ ਜਿਹੜਾ ਇਤਿਹਾਸ ਆ ਉਸ ਨੂੰ ਹਰ ਵੇਲੇ ਸਮੇਂ, ਆਉਣ ਵਾਲੇ ਸਮੇਂ 'ਚ ਹੋਰ ਵੀ ਸੋਹਣੀ ਵਿਆਖਿਆ ਆਉਣ ਵਾਲੇ ਸਮੇਂ 'ਚ ਵਿਆਖਿਆਕਾਰਾਂ ਨੇ ਦੇਣੀਆਂ, ਕਥਾਕਾਰਾਂ ਨੇ ਦੇਣੀਆਂ, ਸਰਦਾਰ ਸੁਖਬੀਰ ਸਿੰਘ ਵਰਗੇ ਵਿਚਾਰਵਾਨਾਂ ਨੇ ਦੇਣੀਆਂ, ਜਾਂ ਮੇਰੇ ਵਰਗੇ ਗੱਲਬਾਤ ਕਰਨ ਵਾਲੇ ਜਿਹੜੇ ਰਿਪੋਰਟਰ ਨੇ ਉਹਨਾਂ ਨੇ ਆਪਣੇ ਤਰੀਕੇ ਨਾਲ ਗੱਲ ਨੂੰ ਰੱਖਣਾ। ਸੋ ਇਹ ਪੰਥ ਦੀ ਗੱਲ ਜਿਹੜੀ ਆ ਸਦਾ ਚੱਲਦੀ ਰਹਿਣੀ ਆ। ਇੱਥੇ ਮੈਂ 1-2 ਮਿੰਟ ਜਿਹੜੇ ਲਏ ਆ ਉਹ ਸਾਰੀ ਗੱਲ ਦੀ ਤਹਿ ਬਿਠਾਉਣ ਲਈ ਕਿ ਸਾਡਾ ਗੱਲ ਕਰਨ ਦਾ ਮਕਸਦ ਕੀ ਆ, ਅਸੀਂ ਇਹ ਗੱਲਾਂ ਕਿਉਂ ਕਰ ਰਹੇ ਹਾਂ, ਉਸ ਗੱਲ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਸਾਡਾ ਮਕਸਦ ਇਹੀ ਆਖਰ ਦੇ ਵਿੱਚ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਉਣ ਵਾਲੀ ਜਵਾਨ ਹੋ ਰਹੀ ਜਿਹੜੀ ਪੀੜ੍ਹੀ ਆ ਉਸ ਨੂੰ ਸਿੱਖੀ ਨਾਲ ਜੋੜੋ ਅਤੇ ਇਹ ਗੱਲਾਂ ਇਤਿਹਾਸ ਦੀਆਂ ਉਹਨਾਂ ਨੂੰ ਇਸ ਤੋਂ ਵਾਕਫ ਕਰਾਓ। ਸੋ ਸਾਂਝੇ ਰੂਪ ਦੇ ਵਿੱਚ ਆਖਰ 'ਚ ਦੋਵੇਂ ਸਿੱਖ ਫਤਿਹ ਗਜਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।